ਖੰਭਾਂ 'ਚ ਜਾਨ ਬਾਕੀਏ ਅਜੇ ਉਡਾਨ ਬਾਕੀਏ ਅਜੇ ਧਰਤੀ ਨੂੰ ਗਾਉਣਾ ਏ ਅਜੇ ਅਸਮਾਨ ਬਾਕੀਏ। ਇਹ ਸਤਰਾਂ ਜਿਹੜੀਆਂ ਵਾ ਇਹ ਸਰਦਾਰ ਮਨਮੋਹਨ ਸਿੰਘ ਬਾਸਰਕੇ ਸਾਹਿਬ ਜੀ ਦੇ ਉੱਤੇ ਪੂਰੀ ਤਰ੍ਹਾਂ ਟੁਕਦੀਆਂ ਨੇ। ਅੱਜ ਅਸੀਂ ਗੁਗਲੀ ਇੰਟਰਟੇਨਮੈਂਟ ਚੈਨਲ ਦੇ ਉੱਤੇ ਲੈ ਕੇ ਆਏ ਹਾਂ ਤੀਸਰਾ ਭਾਗ, ਤੇ ਇਸ ਤੀਸਰੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਸਰਦਾਰ ਮਨਮੋਹਨ ਸਿੰਘ ਬਾਸਰਕੇ ਸਾਹਿਬ ਜੀ ਦੇ ਨਾਲ। ਤੇ ਹੁਣ ਕਰਦੇ ਹਾਂ ਸਰਦਾਰ ਮਨਮੋਹਨ ਸਿੰਘ ਬਾਸਰਕੇ ਸਾਹਿਬ ਜੀ ਦੇ ਨਾਲ ਗੱਲਬਾਤ। ਬਾਸਰਕੇ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੇ ਮੈਂ ਰਾਮਪੁਰਾ ਜੀ ਤੁਹਾਡਾ ਔਰ ਗੁਗਲੀ ਇੰਟਰਟੇਨਮੈਂਟ ਦੀ ਪੂਰੀ ਟੀਮ ਦਾ ਜਿਹੜਾ ਵਾ ਉਹ ਧੰਨਵਾਦ ਕਰਦਾ ਹਾਂ ਕਿ ਤੁਸੀਂ ਗਰੀਬ ਖਾਨੇ ਦਰਸ਼ਨ ਦਿੱਤੇ। ਇਹ ਸਾਡਾ ਬੜਾ ਸੁਭਾਗ ਆ ਜੀ ਕਿ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਤੁਹਾਡੇ ਨਾਂ ਦੇ ਚਰਚੇ ਹੀ ਇੰਨੇ ਆ ਔਰ ਤੁਸੀਂ ਇੰਨੀ ਪਿਆਰੀ ਸ਼ਖਸੀਅਤ ਹੋ ਕਿ ਅਸੀਂ ਕੋਸ਼ਿਸ਼ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਮਾਂ ਵਾ ਉਹ ਪਹਿਲਾਂ ਤੁਹਾਨੂੰ ਦਿੱਤਾ ਜਾਵੇ। ਤੇ ਬਾਸਰਕੇ ਸਾਹਿਬ ਅਸੀਂ ਸ਼ੁਰੂ ਕਰਦੇ ਹਾਂ ਕਿ ਤੁਸੀਂ ਜਿਹੜੀ ਸਕੂਲ ਦੀ ਮੁੱਢਲੀ ਸਿੱਖਿਆ ਸੀ ਉਹ ਕਿੱਥੋਂ ਸ਼ੁਰੂ ਕੀਤੀ? ਜਿਹੜੀ ਪ੍ਰਾਇਮਰੀ ਸਿੱਖਿਆ ਵਾ ਉਹ ਜੀ ਮੈਂ ਆਪਣੇ ਪਿੰਡ ਬਾਸਰਕੇ ਗਿੱਲਾ ਤੋਂ ਲਈ ਸੀ, ਲੇਕਿਨ ਉਹਨਾਂ ਸਮਿਆਂ ਵਿੱਚ ਮੇਰੇ ਪਿੰਡ ਪ੍ਰਾਇਮਰੀ ਸਕੂਲ ਹੀ ਸੀ, ਜਿਸ ਕਾਰਨ ਮਿਡਲ ਦੀ ਸਿੱਖਿਆ ਪ੍ਰਾਪਤ ਕਰਨ ਲਈ ਮੈਨੂੰ ਮੇਰੀ ਭੂਆ ਜੀ ਗੰਡੀ ਪਿੰਡ ਲੈ ਗਏ। ਮਿਡਲ ਮੈਂ ਉੱਥੋਂ ਕੀਤੀ। ਇਸ ਉਪਰੰਤ ਜਿਹੜੀ 9ਵੀਂ ਔਰ 10ਵੀਂ ਆ ਇਹ ਮੈਂ ਸਰਕਾਰੀ ਹਾਈ ਸਕੂਲ ਬਟਾਲੀ ਗੁਰੂ ਤੋਂ ਕੀਤੀ। ਇਸ ਉਪਰੰਤ ਮੈਂ ਪੰਜਾਬੀ ਅਤੇ ਟਾਈਪ ਸਿੱਖੀ ਔਰ ਇਸ ਦੇ ਨਾਲ ਜਿਹੜੀ ਜੋ ਮੈਂ ਗਿਆਨੀ ਕੀਤੀ। ਬਹੁਤ ਵਧੀਆ ਗੱਲ ਜੀ। ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜਾ ਜੁੜਨਾ ਉਹ ਇੱਥੋਂ ਹੀ ਪ੍ਰਤੱਖ ਪ੍ਰਮਾਣ ਦਿਖਦਾ ਵਾ ਕਿ ਗਿਆਨੀ ਜਿਹੜੀ ਆ ਉਹ ਕੀਤੀ ਆ ਸਰਦਾਰ ਜੀ ਨੇ। ਤੇ ਗਿਆਨੀ ਦੇ ਵਿੱਚ ਜਿਹੜਾ ਉਹ ਬਹੁਤ ਵਧੀਆ ਜਿਹੜਾ ਢੰਗ ਦੇ ਨਾਲ ਦੱਸਿਆ ਜਾਂਦਾ ਵਾ। ਲਗਾ ਮਾਤਰਾ ਪੰਜਾਬੀ ਦੀਆਂ ਜੋ ਵੀ ਆ ਉਹਨੂੰ ਪੰਜਾਬੀ ਮਾਂ ਬੋਲੀ ਨੂੰ ਸਵਾਰਨਾ, ਟਿੱਪੀਆਂ ਅੱਧਕ ਬਿੰਦੀਆਂ ਲਾ ਕੇ ਉਹ ਸਾਰਾ ਕੁਝ ਜਿਹੜਾ ਵਾ ਗਿਆਨੀ ਦੇ ਵਿੱਚ ਜਿਹੜਾ ਉਹ ਦੱਸਿਆ ਜਾਂਦਾ ਵਾ। ਤੇ ਬੜੀ ਖੁਸ਼ੀ ਦੀ ਗੱਲ ਆ ਜੀ ਕਿ ਹੁਣ ਤੱਕ ਤੁਸੀਂ ਕਿੰਨੀਆਂ ਕਿਤਾਬਾਂ ਜਿਹੜੀਆਂ ਉਹ ਲਿਖ ਚੁੱਕੇ ਹੋ? ਹੁਣ ਤੱਕ ਮੇਰੀਆਂ ਜੀ 13 ਕਿਤਾਬਾਂ ਜਿਹੜੀਆਂ ਵਾ ਉਹ ਆ ਚੁੱਕੀਆਂ ਨੇ, 12 ਆ ਚੁੱਕੀਆਂ ਨੇ ਔਰ ਇੱਕ ਕਿਤਾਬ ਜਿਹੜੀ ਆ ਉਹ ਸਿਪਾਹੀ ਅਧੀਨ ਆ, ਜਿਹੜੀ ਭਾਸ਼ਾ ਭਾਗ ਪੰਜਾਬ ਨੇ ਛਾਪਣੀ ਆ। ਜੇਕਰ ਮੈਂ ਆਪਣੀਆਂ ਕਿਤਾਬਾਂ ਦੀ ਗੱਲ ਕਰਾਂ ਤਾਂ ਮੇਰੇ 3 ਕਹਾਣੀ ਸੰਗ੍ਰਹਿ ਹਨ: ਬੇਨਾਮ ਰਿਸ਼ਤੇ, ਗਵਾਚੇ ਪਲਾਂ ਦੀ ਦਾਸਤਾਨ ਅਤੇ ਮੁੱਠੀ ਚੋਂ ਕਿਰਦੀ ਰੇਤ। ਇਸ ਤੋਂ ਇਲਾਵਾ 5 ਸਰਵੇ ਪੁਸਤਕਾਂ ਭਾਸ਼ਾ ਭਾਗ ਪੰਜਾਬ ਨੇ ਮੇਰੇ ਪਾਸੋਂ ਤਿਆਰ ਕਰਵਾ ਕੇ ਛਾਪੀਆਂ ਹਨ, ਜਿਨ੍ਹਾਂ ਵਿੱਚ ਹੈ ਸ਼੍ਰੀ ਸਰਾਟਾ ਸਾਹਿਬ, ਅਟਾੜੀ, ਰਮਦਾਸ, ਨੂਰ ਦੀ ਅਤੇ ਜਿਹੜੀ ਸਰਾਏ ਅਮਾਨਤ ਖਾਂ ਪੁਸਤਕ ਆ ਉਹ ਸਿਪਾਹੀ ਅਧੀਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਿੰਡ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪਿੰਡ 'ਤੇ ਵੀ ਇੱਕ ਪੁਸਤਕ ਲਿਖੀ ਹੈ, ਇਤਿਹਾਸਕ ਪਿੰਡ ਬਾਸਰਕੇ ਗਿੱਲਾ। ਜੇਕਰ ਇਸ ਤੋਂ ਅੱਗੇ ਗੱਲ ਕਰੀਏ ਤਾਂ ਬੱਚਿਆਂ ਨਾਲ ਮੇਰਾ ਜਿਹੜਾ ਬੜਾ ਲਗਾਓ ਹੈ ਅਤੇ ਇਹ ਮੇਰਾ ਮੰਨਣਾ ਹੈ ਕਿ ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਸਾਹਿਤ ਦੇ ਨਾਲ ਜੋੜਿਆ ਜਾਵੇ ਤਾਂ ਜਿਹੜਾ ਲੇਖਕਾਂ ਦਾ ਜਾਂ ਕੁਝ ਪਾਠਕਾਂ ਦਾ ਇਹ ਗਿਲਾ ਹੈ ਕਿ ਪੰਜਾਬੀ ਕਿਤਾਬਾਂ ਲਿਖੀਆਂ ਤਾਂ ਜਾ ਰਹੀਆਂ ਹਨ ਪਰ ਪੜ੍ਹੀਆਂ ਨਹੀਂ ਜਾ ਰਹੀਆਂ, ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜਾ ਗਿਲਾ ਵਾ ਇਹ ਦੂਰ ਹੋ ਜਾਏਗਾ। ਇਸੇ ਮਨਸਾ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਬੱਚਿਆਂ ਲਈ ਇੱਕ ਕਿਤਾਬ ਲਿਖੀ ਹੈ, ਕੁਕੜੂ ਘੜੂ, ਜੋ ਬੱਚਿਆਂ ਵਿੱਚ ਕਾਫੀ ਮਕਬੂਲ ਹੋਈ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਨ੍ਹਾਂ ਭਗਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ ਉਹਨਾਂ ਵਿੱਚ ਇੱਕ ਭਗਤ ਹੋਏ ਹਨ ਸੈਨ ਜੀ। ਔਰ ਮੈਂ ਗੁਰਦੁਆਰਾ ਜਨਮ ਸਥਾਨ ਸੈਨ ਭਗਤ ਜੀ ਦੇ ਪ੍ਰਬੰਧਕਾਂ ਦੀ ਬੇਨਤੀ 'ਤੇ ਸੈਨ ਭਗਤ ਜੀ ਦੇ ਜੀਵਨ ਅਤੇ ਰਚਨਾ 'ਤੇ ਇੱਕ ਪੁਸਤਕ ਲਿਖੀ ਹੈ, ਸੈਨ ਰੂਪ ਹਰ ਜਾਏ ਕੇ। ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਮੇਰੇ ਪਿੰਡ ਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ ਹੈ ਔਰ ਮੈਂ ਗੁਰੂ ਅਮਰਦਾਸ ਜੀ 'ਤੇ ਇੱਕ ਧਾਰਮਿਕ ਨਾਟਕ ਲਿਖਿਆ ਹੈ, ਭੱਲੇ ਅਮਰਦਾਸ ਗੁਣ ਤੇਰੇ। ਇਹ ਨਾਟਕ ਜਿਹੜਾ ਵਾ ਇਸ ਨੂੰ ਮੈਂ ਬੇਸ਼ੱਕ ਪੁਸਤਕ ਰੂਪ ਵਿੱਚ ਤਾਂ ਨਹੀਂ ਛਪਾਇਆ, ਲੇਕਿਨ ਕੇਵਲ ਧਾਲੀਵਾਲ ਜੀ ਦੀ ਇੱਕ ਪੁਸਤਕ ਹੈ ਬਲ ਹੋਆ ਬੰਧਨ ਛੂਟੇ, ਇਸ ਵਿੱਚ ਇਸ ਨਾਟਕ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਹੈ ਔਰ ਇਹ ਭਾਸ਼ਾ ਭਾਗ ਵੱਲੋਂ
ਜਨ ਸਾਹਿਤ ਇੱਕ ਮੈਗਜ਼ੀਨ ਨਿਕਲਦਾ ਰਿਹਾ ਹੈ, ਉਹਦੇ ਵਿੱਚ ਜਿਹੜਾ ਵੀ ਛਾਪਿਆ ਗਿਆ ਹੈ। ਬਾਸਰਕੇ ਸਾਹਿਬ ਇਤਿਹਾਸਕ ਪਿੰਡ ਬਾਸਰਕੇ ਨਤਮਸਤਕ ਹੁੰਦੇ ਆ ਅਸੀਂ। ਤੁਸੀਂ ਕਿੰਨੀ ਉਮਰ ਤੱਕ ਜਿਹੜਾ ਵਾ ਉੱਥੋਂ ਦੀਆਂ ਗਲੀਆਂ ਦੇ ਵਿੱਚ ਲੁਕਣ ਮੀਟੀ ਜਾਂ ਛੂਹਣ ਛਪਾਈ ਜਾਂ ਕੋਈ ਹੋਰ ਖੇਡਾਂ ਜਿਹੜੀਆਂ ਵਾ ਉਹ ਖੇਡੀਆਂ? ਐਕਚੁਅਲੀ ਮੈਨੂੰ ਜਿਹੜਾ ਵਾ ਨਾ ਪਿੰਡ ਬਹੁਤ ਥੋੜ੍ਹਾ ਸਮਾਂ ਰਹਿਣ ਦਾ ਜਿਹੜਾ ਵਾ ਸੁਭਾਗ ਪ੍ਰਾਪਤ ਹੋਇਆ ਹੈ। ਉਹਦਾ ਕਾਰਨ ਇਹ ਹੈ ਕਿ ਪ੍ਰਾਇਮਰੀ ਤੋਂ ਬਾਅਦ ਮੈਨੂੰ ਆਪਣੀ ਭੂਆ ਜੀ ਪਾਸ ਗੰਡੀ ਪਿੰਡ ਜਾਣਾ ਪੈ ਗਿਆ ਔਰ 5-4 ਸਾਲਾਂ ਬਾਅਦ ਹੀ ਮੈਨੂੰ ਜਿਹੜੀ ਸੀ ਉਹ ਸਰਕਾਰੀ ਨੌਕਰੀ ਤਰਸਿੱਕਾ ਵਿਖੇ ਮਿਲ ਗਈ। 9-10 ਸਾਲ ਮੈਂ ਉੱਥੇ ਰਿਹਾ। ਉਸ ਤੋਂ ਬਾਅਦ ਫਿਰ ਮੈਂ ਜਿਹੜੀ ਆਪਣੀ ਰਿਹਾਇਸ਼ ਸੀ ਉਹ ਛਾਟੇ ਲੈਣ ਦੀ, ਲੇਕਿਨ ਮੇਰਾ ਪਿੰਡ ਦੇ ਨਾਲ ਜਿਹੜਾ ਲਗਾਓ ਹੈ ਉਹ ਇੰਨਾ ਜ਼ਿਆਦਾ ਹੈ ਕਿ ਮੈਂ ਆਨੀ ਬਹਾਨੀ ਜਿਹੜਾ ਵਾ ਉਹ ਆਪਣੇ ਪਿੰਡ ਜਿਹੜਾ ਵਾ ਉਹ ਚੱਕਰ ਮਾਰਦਾ ਰਹਿੰਦਾ ਹਾਂ। ਔਰ ਇਹੀ ਇੱਕ ਵਜ੍ਹਾ ਹੈ ਕਿ ਮੈਂ ਆਪਣੀ ਬੈਂਕ ਦਾ ਖਾਤਾ ਜਿਹੜਾ ਵਾ ਪੈਨਸ਼ਨ ਦਾ ਉਹ ਵੀ ਮੈਂ ਪਿੰਡ ਹੀ ਰੱਖਿਆ ਹੈ ਤਾਂ ਜੋ ਮੈਂ ਜਾਂਦਾ ਆਉਂਦਾ ਰਹਾਂ। ਇਹ ਪਿੰਡ ਨਾਲ ਮੋਹ ਝਲਕਦਾ ਜੀ, ਜਿਹੜਾ ਪਿੰਡ ਦੀ ਜਿਹੜੀ ਮਿੱਟੀ ਹੁੰਦੀ ਆ ਉਹਦੇ ਨਾਲ ਬੰਦਾ ਅਖੀਰ ਤੱਕ ਜੁੜਿਆ ਰਹਿੰਦਾ ਵਾ। ਇਹ ਬੜਾ ਵੱਡਾ ਮੋਹ ਆ ਕਿ ਜਿਹੜਾ ਤੁਸੀਂ ਪੈਨਸ਼ਨ ਦੀ ਕਾਪੀ ਜਿਹੜੀ ਆ ਉਹ ਵੀ ਉਸ ਬੈਂਕ ਦੇ ਨਾਲ ਜੋੜੀ ਆ ਕਿ ਜਦੋਂ ਜਾਵਾਂ ਬੈਂਕ ਤੇ ਪਿੰਡ ਜ਼ਰੂਰ ਚੱਕਰ ਮਾਰ ਕੇ ਆਵਾਂ। ਇਹ ਬੜਾ ਵੱਡਾ ਪਿਆਰ ਆ ਪਿੰਡ ਦੇ ਨਾਲ। ਤੇ ਮੈਂ ਇੱਕ ਗੱਲ ਹੋਰ ਮਨਮੋਹਨ ਸਿੰਘ ਜੀ ਪੁੱਛਾਂ ਕਿ ਜਿਹੜਾ ਤੁਹਾਡੀਆਂ ਲੱਤਾਂ ਦਾ ਜਿਹੜਾ ਪ੍ਰੋਬਲਮ ਆਈ, ਲੱਤਾਂ ਦੀ ਮੁਸ਼ਕਲ ਆਈ, ਇਹ ਸ਼ੁਰੂ ਤੋਂ ਆ ਜਾਂ ਅੱਧ ਵਿਚਕਾਰ ਕਿਤੇ ਆ ਕੇ ਜਾਂ ਕਿੰਨੀ ਕੁ ਉਮਰ ਦੇ ਪੜਾਅ 'ਚ ਆਈ ਸੀਗੀ? ਇਹ ਐਕਚੁਅਲੀ ਜੀ ਮੈਂ ਅਜੇ ਉਦੋਂ ਬਸ ਹੀ 2 ਸਾਲ ਦਾ ਸੀ। ਬਾਪ ਦੀਆਂ ਲੱਤਾਂ ਨੂੰ ਭੱਜ ਕੇ ਚੰਬੜਨਾ ਵੀ ਨਹੀਂ ਸੀ ਸਿੱਖਿਆ ਜਦੋਂ ਮੈਨੂੰ ਜਿਹੜਾ ਹੈ ਪੋਲੀਓ ਨਾਂ ਦੀ ਨਾਮਰਾਦ ਬਿਮਾਰੀ ਨੇ ਆਣ ਘੇੜਿਆ। ਮੇਰੇ ਮਾਂ ਬਾਪ ਨੇ ਬਥੇਰੇ ਡਾਕਟਰਾਂ, ਹਕੀਮਾਂ, ਹਸਪਤਾਲਾਂ ਦੀ ਖਾਕ ਸਾਣੀ, ਪਰ ਸਭ ਹੀ ਵਿਅਰਥ ਗਈ ਔਰ ਮੇਰੀ ਲੱਤ ਜਿਹੜੀ ਸੀ ਉਹ ਪੱਕੇ ਤੌਰ 'ਤੇ ਕਮਜ਼ੋਰ ਹੋ ਗਈ। ਲੇਕਿਨ ਮੈਂ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਹਾਰਦਾ ਹਾਂ। ਉਹ ਮੈਂ ਬੇਸ਼ੱਕ ਪੌੜੀਆਂ ਨੂੰ ਹੀ ਆਪਣਾ ਸਹਾਰਾ ਬਣਾ ਲਿਆ ਹੈ, ਲੇਕਿਨ ਮੈਨੂੰ ਕੋਈ ਵੀ ਕਾਰਜ ਜਿਹੜਾ ਵਾ ਉਹ ਕਦੀ ਔਖਾ ਨਹੀਂ ਲੱਗਾ ਜਾਂ ਮੈਂ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਕਿ ਮੈਂ ਇਹ ਨਹੀਂ ਕਰ ਸਕਦਾ। ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, ਪੋਲੀਓ ਤੇ 2 ਸਾਲ ਦੀ ਉਮਰ 'ਚ ਹੋ ਗਿਆ। 1987 ਦੇ ਵਿੱਚ ਮੇਰੀ ਉਹੀ ਲੱਤ ਜਿਹੜੀ ਆ ਇੱਕ ਦੁਰਘਟਨਾ ਦੇ ਵਿੱਚ ਟੁੱਟ ਗਈ ਸੀ, ਜਿਸ ਕਾਰਨ ਜਿਹੜਾ ਵਾ ਮੈਨੂੰ ਪੌੜੀਆਂ ਦਾ ਸਹਾਰਾ ਲੈਣਾ ਪਿਆ। ਲੇਕਿਨ ਕਈ ਸੱਚੀ ਗੱਲ ਇਹ ਆ ਰਾਮਪੁਰਾ ਜੀ, ਕਈ ਵਾਰ ਤੇ ਮੈਨੂੰ ਉਦੋਂ ਹੀ ਖਿਆਲ ਆਉਂਦਾ ਕਿ ਮੈਂ ਹੈਂਡੀਕੈਪਡ ਹਾਂ ਜਦੋਂ ਮੇਰਾ ਧਿਆਨ ਪੌੜੀਆਂ ਵੱਲ ਜਾਂਦਾ ਵਾ। ਮੈਂ ਤਾਂ ਆਪਣੇ ਆਪ ਨੂੰ ਕਦੀ ਜਿਹੜਾ ਵਾ ਉਹ ਅੰਗਹੀਣ ਸਮਝਦਾ ਹੀ ਨਹੀਂ। ਔਰ ਮੇਰੇ ਵਿੱਚ ਜਿਹੜਾ ਵਾ ਨਾ, ਭਾਵੇਂ ਤੁਸੀਂ ਕਹੋ ਵੀ ਇਹ ਲੋੜ ਤੋਂ ਸ਼ਾਇਦ ਵੱਧ ਗੱਲ ਕਰਦਾ, ਸਵੈ ਵਿਸ਼ਵਾਸ ਜਿਹੜਾ ਵਾ ਨਾ ਮੇਰੇ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ। ਇਹੀ ਵਜ੍ਹਾ ਕਿ ਮੈਂ ਆਪਣੇ ਹਰ ਮੁਕਾਮ 'ਤੇ ਜਿਹੜਾ ਵਾ ਨਾ ਉਹ ਮੈਂ ਸਫਲਤਾ ਹਾਸਲ ਕੀਤੀ ਹੈ। ਆਤਮ ਵਿਸ਼ਵਾਸ ਦੀ ਜੇ ਗੱਲ ਕਰੀਏ ਤੇ ਉਹ ਤੇ ਸਾਹਮਣੇ ਝਲਕਦਾ ਵਾ ਕਿਤਾਬਾਂ ਦੇ ਵਿੱਚੋਂ ਹੀ ਕਿ 1 ਦਰਜਨ ਤੋਂ ਵੱਧ ਜਿਹੜੀਆਂ ਕਿਤਾਬਾਂ ਲਿਖੀਆਂ ਤੇ ਇਹਨਾਂ ਕਿਤਾਬਾਂ ਨੂੰ ਲਿਖਣਾ ਕੋਈ ਸੌਖਾ ਨਹੀਂ ਹੁੰਦਾ। ਬੜਾ ਟਾਈਮ ਦੇਣਾ ਪੈਂਦਾ ਵਾ, ਬਹੁਤ ਜਿਹੜਾ ਵਕਤ ਦੇਣਾ ਪੈਂਦਾ ਇਹਨਾਂ ਨੂੰ। ਔਰ ਵੱਡੀ ਗੱਲ ਇਹ ਆ ਕਿ ਜਿੰਨੇ ਵੀ ਦਰਸ਼ਕ ਦੇਖਦੇ ਪਏ ਆ ਉਹ ਸਲਾਮ ਕਰਨ ਇਸ ਸ਼ਖਸੀਅਤ ਨੂੰ ਕਿ ਜਿਨ੍ਹਾਂ ਨੇ ਕਦੀ ਵੀ ਹੌਸਲਾ ਨਹੀਂ ਹਾਰਿਆ, ਆਪਣੇ ਘਰ ਪਰਿਵਾਰ ਤੋਂ ਲੈ ਕੇ ਸਿਹਤ ਖੇਤਰ ਤੋਂ ਲੈ ਕੇ ਤੇ ਨੌਕਰੀ ਤੱਕ ਕਈ ਸਾਲ ਜਿਹੜੇ ਆ ਉਹ ਨੌਕਰੀ ਜਿਹੜੀ ਕੀਤੀ, ਸੇਵਾਵਾਂ ਦਿੱਤੀਆਂ ਤੇ ਅੱਜ ਤੱਕ ਜਿਹੜਾ ਵਾ ਕੋਈ ਵੀ ਸਿਹਤ ਸਮਾਗਮ ਹੋਵੇ, ਭਾਵੇਂ ਉਹ ਸ਼ਹਿਰ ਹੋਵੇ, ਭਾਵੇਂ ਕਿਸੇ ਪਿੰਡ 'ਚ ਹੋਵੇ ਤੇ ਭਾਵੇਂ ਦੂਰ ਦਰਾੜ ਕਸਬੇ 'ਚ ਹੋਵੇ, ਮਨਮੋਹਨ ਸਿੰਘ ਬਾਸਰਕੇ ਹੋਣਾ ਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਉਸ ਸਾਹਿਤਕ ਸਮਾਗਮ ਦਾ ਜਿਹੜਾ ਵਾ ਹਿੱਸਾ ਜ਼ਰੂਰ ਬਣਨਾ ਹੁੰਦਾ ਵਾ ਔਰ ਜਾ ਕੇ ਆਪਣੀਆਂ ਜੋ ਵੀ ਰਚਨਾਵਾਂ ਵਾ ਉਹ ਅੱਗੇ ਰੱਖਦੇ ਆ ਸਾਰਿਆਂ ਦੇ। ਤੇ ਬੜਾ ਵਧੀਆ ਤਾਲਮੇਲ ਜਿਹੜਾ ਵਾ ਇਹਨਾਂ ਨੇ ਬਣਾ ਕੇ ਰੱਖਿਆ ਵਾ। ਕਦੀ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਬਾਸਰਕੇ ਸਾਹਿਬ ਦੀਆਂ ਲੱਤਾਂ ਨੂੰ ਕੋਈ ਪ੍ਰੋਬਲਮ ਆ ਜਾਂ ਇਹ ਵਿਸਾਖੀਆਂ ਦਾ ਸਹਾਰਾ ਲੈਂਦੇ ਆ, ਕਿਉਂਕਿ ਉੱਡਦੇ ਫਿਰਨਾ ਹੀ ਜਿਹੜਾ ਵਾ ਇਹਨਾਂ ਦੀ ਜ਼ਿੰਦਗੀ ਆ। ਤੇ ਮੈਂ ਚਾਹਾਂਗਾ ਕਿ ਇਸੇ ਤਰ੍ਹਾਂ ਹੀ ਇਹ ਸਮਾਜ ਨੂੰ ਅਜੇ ਹੋਰ ਵਧੀਆ ਢੰਗ ਦੇ ਨਾਲ ਅੱਗੇ ਆਪਣੀਆਂ ਜਿਹੜੀਆਂ ਰਚਨਾਵਾਂ ਦਿੰਦੇ ਰਹਿਣ। ਤੇ ਜਿਹੜੇ ਗੱਲ ਕਰੀਏ ਕੁਕੜੂ ਘੜੂ ਦੀ, ਤੇ ਉਹਦੀ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਉਹ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ, ਰੂਬਰੂ ਕਰੋ ਦਰਸ਼ਕਾਂ ਦੇ। ਇਹ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਮੋਹ ਆ ਇਹਨਾਂ ਦਾ ਸ਼ੁਰੂ ਤੋਂ ਹੀ,
ਤੇ ਬੱਚਿਆਂ ਵਾਸਤੇ ਜਿਹੜੇ ਬਾਲ ਲੇਖਕ ਅੱਗੇ ਵੀ ਬਹੁਤ ਨੇ, ਲਿਖਦੇ ਨੇ ਬੱਚਿਆਂ ਵਾਸਤੇ, ਪਰ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਵਾ ਬੱਚਿਆਂ ਲਈ ਖਾਸ ਹੁੰਦੀਆਂ ਨੇ। ਤੇ ਤੁਹਾਡੀ ਨਜ਼ਰ ਕਰ ਰਹੇ ਆ ਜੀ, ਆ ਸੁਣਿਓ ਜੀ। ਰਾਮਪੁਰਾ ਜੀ, ਮੈਂ ਤੁਹਾਨੂੰ ਬਾਲ ਕਵਿਤਾ ਸੁਣਾ ਰਿਹਾ ਹਾਂ, ਰੁੱਖ ਲਗਾਓ। ਔਰ ਮੈਂ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੇਰੀ ਕਵਿਤਾ ਵਾ, ਇਹ ਸੁਗਾਤ ਨਾਂ ਦੀ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਹੈ, ਜੋ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਲੱਗੀ ਹੈ। ਔਰ ਮੈਂ ਇਸ ਦੇ ਵਿੱਚ ਮੈਂ ਇਹੀ ਸੰਦੇਸ਼ ਦਿੱਤਾ ਹੈ ਕਿ ਰੁੱਖ ਲਗਾਉਣੇ ਜਿਹੜੇ ਆ ਉਹ ਕਿੰਨੇ ਜ਼ਰੂਰੀ ਹਨ। ਜੇ ਲੈਣਾ ਸ਼ੁੱਧ ਹਵਾ ਵਿੱਚ ਸਾਹ, ਜੇ ਲੈਣਾ ਸ਼ੁੱਧ ਹਵਾ ਵਿੱਚ ਸਾਹ, ਮੇਰੀ ਮੰਨ ਲਓ ਤੁਸੀਂ ਸਲਾਹ। ਬਹੁਤ ਵਧੀਆ। ਵਾਤਾਵਰਨ ਨੂੰ ਸ਼ੁੱਧ ਬਣਾਓ, ਸਾਰੇ ਮਿਲ ਕੇ ਰੁੱਖ ਲਗਾਓ। ਦਿਨੋਂ ਦਿਨ ਪ੍ਰਦੂਸ਼ਣ ਵਧੀ ਜਾਵੇ, ਦਿਨੋਂ ਦਿਨ ਪ੍ਰਦੂਸ਼ਣ ਵਧੀ ਜਾਵੇ, ਹੁਣ ਤਾਂ ਸਾਹ ਵੀ ਔਖਾ ਆਵੇ। ਚੰਗੇ ਕੰਮ ਨੂੰ ਦੇਰ ਨਾ ਲਾਓ, ਸਾਰੇ ਮਿਲ ਕੇ ਰੁੱਖ ਲਗਾਓ। ਰੁੱਖ ਫਟਾਫਟ ਕੱਟੀ ਜਾਂਦੇ, ਜਿੱਥੇ ਬੈਠੇ ਵੱਢੀ ਜਾਂਦੇ। ਰੁੱਖ ਫਟਾਫਟ ਕੱਟੀ ਜਾਂਦੇ, ਬੈਠੇ ਜਿਸ 'ਤੇ ਵੱਢੀ ਜਾਂਦੇ। ਗੱਲ ਇਹਨਾਂ ਦੇ ਖਾਨੇ ਪਾਓ, ਸਾਰੇ ਮਿਲ ਕੇ ਰੁੱਖ ਲਗਾਓ। ਬਸਰਕੇ ਵਾਲਾ ਦਿੰਦਾ ਹੁਕਾ, ਜੇ ਨਾ ਮੰਨੇ ਤਾਂ ਪੈ ਜੂ ਸੁੱਕਾ। ਬਸਰਕੇ ਵਾਲਾ ਦਿੰਦਾ ਹੋਕਾ, ਜੇ ਨਾ ਮੰਨੇ ਤਾਂ ਪੈ ਜੂ ਸੋਕਾ। ਮਨਮੋਹਨ ਹੋਰਾਂ ਨੂੰ ਵੀ ਸਮਝਾਓ, ਸਾਰੇ ਮਿਲ ਕੇ ਰੁੱਖ ਲਗਾਓ, ਸਾਰੇ ਮਿਲ ਕੇ ਰੁੱਖ ਲਗਾਓ। ਇਹ ਬਾਲ ਪੁਸਤਕ ਕੁੱਕੜੂ ਘੜੂ ਦੇ ਵਿੱਚੋਂ ਬੋਲੀ ਕਵਿਤਾ ਵਾ, ਪਰ ਕਵਿਤਾ ਦੇ ਪਹਿਲਾਂ ਲਿਖੀ ਆ। ਪਰ ਅੱਜ ਜੋ ਸੱਚ ਹੋ ਰਿਹਾ ਵਾ, ਜੋ ਸੱਚ ਕੁਦਰਤ ਨੇ ਕਰਕੇ ਵਿਖਾਤਾ ਵਾ ਕਿ ਲੋਕ ਇਸ ਕਰੋਨਾ ਮਹਾਮਾਰੀ ਦੇ ਅੰਦਰ ਆਕਸੀਜਨ ਤੱਕ ਨੂੰ ਤਰਸ ਕੇ ਰਹਿ ਗਏ। ਹਸਪਤਾਲਾਂ ਦੇ ਵਿੱਚ ਹਾਏ ਹਾਏ ਹੋ ਗਈ ਸ਼ੁਰੂ। ਔਰ ਗੈਸ ਜਿਹੜੀ ਆਕਸੀਜਨ ਗੈਸ ਜਿਹੜੀ ਆ ਉਹ ਲੱਭਿਆ ਵੀ ਨਹੀਂ ਲੱਭਦੀ। ਉਹਦਾ ਕਾਰਨ ਕੀ? ਉਹਦਾ ਕਾਰਨ ਇਹ ਹੈ ਕਿ ਧੜਾ ਧੜ ਰੁੱਖਾਂ ਦੀ ਜਿਹੜੀ ਕਟਾਈ ਕੀਤੀ ਜਾ ਰਹੀ ਆ। ਸ਼ਹਿਰ ਪੱਥਰ ਦੇ ਬਣਦੇ ਜਾ ਰਹੇ ਆ। ਇੰਡੀਆ ਗੇਟ ਬਾਈਪਾਸ ਤੋਂ ਲੈ ਕੇ ਤੇ ਰੇਲਵੇ ਸਟੇਸ਼ਨ ਤੱਕ ਅੱਜ ਤੋਂ ਕੁਝ ਸਾਲ ਪਹਿਲਾਂ ਦੋਨੇ ਸਾਈਡਾਂ ਦੇ ਉੱਤੇ ਇੰਨੇ ਵਧੀਆ ਵਧੀਆ ਰੁੱਖ ਹੁੰਦੇ ਸੀ ਕਿ ਸਾਈਕਲ ਤੇ ਜਾਂਦੇ ਬੰਦੇ ਨੂੰ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਸਾਈਕਲ ਤੇ ਜਾ ਰਿਹਾ ਭਰ ਗਰਮੀ 'ਚ। ਤੇ ਅੱਜ ਕੱਲ ਇੰਡੀਆ ਗੇਟ ਤੋਂ ਲੈ ਕੇ ਤੇ ਮੇਰਾ ਖਿਆਲ ਆ ਸਟੇਸ਼ਨ ਤੱਕ ਇੱਕ ਵੀ ਰੁੱਖ ਨਹੀਂ ਹੈਗਾ ਆਸੇ ਪਾਸੇ। ਇਹ ਬਹੁਤ ਵੱਡੀ ਤਰਾਸਦੀ ਆ ਕਿ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ। ਔਰ ਨਾਲ ਹੀ ਬਾਸਰਕੇ ਸਾਹਿਬ ਨੇ ਪਾਣੀ ਵੱਲੋਂ ਵੀ ਕਿਹਾ ਕਿ ਜਿਹੜੇ ਸੋਕੇ ਦੀ ਜਿਹੜੀ ਆ ਸਾਨੂੰ ਉਹ ਵੀ ਮਾਰ ਜਿਹੜੀ ਆ ਝੱਲਣੀ ਪੈਣੀ ਆ। ਪੱਧਰ ਨੀਵਾਂ ਹੁੰਦਾ ਜਾ ਰਿਹਾ ਵਾ। ਇਹ ਜਿਹੜੇ ਲੇਖਕ ਨੇ ਇਹ ਸਾਡਾ ਸਰਮਾਇਆ ਆ। ਇਹ ਗੂਗਲ ਬੇਸ਼ੱਕ ਸਾਨੂੰ ਬੜੀਆਂ ਚੀਜ਼ਾਂ ਦਿੰਦਾ ਵਾ, ਪਰ ਜਿਹੜੀ ਸਿਆਣਪ ਜਿਹੜੀ ਆ ਉਹ ਜਿਹੜੀ ਉਮਰ ਦੇ ਪੈਂਡੇ ਹੰਡਾਏ ਹੁੰਦੇ ਆ, ਜ਼ਿੰਦਗੀ ਦਾ ਸਫ਼ਰ ਕੀਤਾ ਹੁੰਦਾ ਵਾ। ਇਹ ਜਿਹੜਾ ਪ੍ਰੋਗਰਾਮ ਆ ਅਸੀਂ ਸਫ਼ਰ ਇਹ ਜ਼ਿੰਦਗੀ ਲੈ ਕੇ ਜਿਹੜਾ ਵਾ ਗੂਗਲੀ ਇੰਟਰਟੇਨਮੈਂਟ ਚੈਨਲ ਤੇ ਲੈ ਕੇ ਆਏ ਆ। ਉਹਦਾ ਖਾਸ ਮਕਸਦ ਵੀ ਇਹ ਆ ਕਿ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਜ਼ਿੰਦਗੀ ਦਾ ਪੈਂਡਾ ਹੰਡਾਇਆ, ਜਿਨ੍ਹਾਂ ਨੂੰ ਜ਼ਿੰਦਗੀ ਦੇ ਤਜਰਬੇ ਹਾਸਲ ਨੇ, ਇਹ ਤਜਰਬੇ ਹੀ ਬੋਲਦੇ ਪਏ ਆ ਇਸ ਕਵਿਤਾ ਦੇ ਵਿੱਚੋਂ। ਤੇ ਉਹੋ ਹੀ ਕੁਦਰਤ ਜਿਹੜੀ ਆ ਸੱਚ ਕਰਕੇ ਵਿਖਾ ਰਹੀ ਆ। ਤੇ ਸਾਨੂੰ ਸਾਰਿਆਂ ਨੂੰ ਸੰਭਲਣ ਦੀ ਲੋੜ ਆ। ਅੱਜ ਅਨੇਕਾਂ ਹੀ ਲਘੂ ਫਿਲਮਾਂ ਜਿਹੜੀਆਂ ਵਾ ਇਹਦੇ ਤੇ ਬਣ ਗਈਆਂ। ਜਦੋਂ ਆ ਮਾਰ ਪਈ ਆ ਕੁਦਰਤ ਦੀ ਤੇ ਆਕਸੀਜਨ ਸਿਲੰਡਰਾਂ ਦੇ ਉੱਤੇ ਬੜੀਆਂ ਲਘੂ ਫਿਲਮਾਂ ਆਈਆਂ ਨੇ। ਔਰ ਉਹਦੇ ਵਿੱਚ ਵੀ ਸੰਦੇਸ਼ ਦਿੱਤਾ ਗਿਆ ਵਾ ਕਿ ਤੁਸੀਂ ਰੁੱਖ ਲਗਾਓ ਤੇ ਵਾਤਾਵਰਨ ਜਿਹੜਾ ਵਾ ਇਹਨੂੰ ਬਚਾ ਕੇ ਰੱਖੋ। ਇਸੇ ਤਰ੍ਹਾਂ ਹੀ ਇਹ ਜਿਹੜੀ ਕਵਿਤਾ ਵਾ ਇਹਦੇ ਵਿੱਚ ਵੀ ਇਹੋ ਹੀ ਉਪਦੇਸ਼ ਦਿੱਤਾ ਗਿਆ ਵਾ। ਇਹ ਸਾਰਿਆਂ ਨੂੰ ਜਿਹੜਾ ਵਾ ਇਹਨਾਂ ਗੱਲਾਂ ਵੱਲ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਵਾ। ਤੇ ਮੈਂ ਬਾਸਰਕੇ ਸਾਹਿਬ ਵੱਲ ਮੁੜ ਜਾਣਾ ਵਾ ਜੀ ਕਿ ਬਹੁਤ ਲੰਮਾ ਸਮਾਂ ਜਿਹੜਾ ਸਰਕਾਰੀ ਨੌਕਰੀ ਕੀਤੀ ਆ, ਉਹ ਤੁਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਕਿ ਲੰਮਾ ਸਫ਼ਰ ਜਿਹੜਾ ਤੁਸੀਂ ਕਰਦੇ ਹੋਗੇ, ਕਦੀ ਕੋਈ ਮੁਸ਼ਕਲਾਂ ਆਈਆਂ ਹੋਣ ਜਾਂ ਪਰੇਸ਼ਾਨੀਆਂ ਆਈਆਂ ਹੋਣ, ਉਹਦੇ ਸੰਬੰਧੀ ਜ਼ਰੂਰ ਗੱਲ ਕਰੋ। ਰਾਮਪੁਰਾ ਜੀ, ਇਸ ਤਰ੍ਹਾਂ ਵਾ ਕਿ ਮੈਂ 1978 ਦੇ ਵਿੱਚ ਮੇਰੀ ਅਪਾਇੰਟਮੈਂਟ ਹੋਈ ਸੀ ਔਰ 2019 ਦੇ ਵਿੱਚ ਜਿਹੜਾ ਵਾ ਮੈਂ ਰਿਟਾਇਰ ਹੋਇਆ ਵਾਂ। ਇਸ ਤਰ੍ਹਾਂ ਮੈਂ 41 ਸਾਲ ਲਗਾਤਾਰ ਜਿਹੜੀ ਆ ਉਹ ਨੌਕਰੀ ਕੀਤੀ ਆ ਔਰ ਇੱਕ ਸਟੇਸ਼ਨ 'ਤੇ ਟਿਕੇ ਨਹੀਂ। ਮੇਰਾ ਖਿਆਲ ਹੈ ਵੀ ਅੰਮ੍ਰਿਤਸਰ ਤੇ ਤਰਨਤਾਰਨ ਦੇ ਜਿੰਨੇ ਵੀ ਬਲਾਕ ਆ ਉਹਨਾਂ 'ਚੋਂ ਅੱਧਿਆਂ ਵਿੱਚ ਮੈਂ ਸੇਵਾ ਕੀਤੀ ਆ। ਜਿਹਦੇ ਵਿੱਚ ਤਰਸਿੱਕਾ ਹੈ, ਰਈਆ ਹੈ, ਖਡੂਰ ਸਾਹਿਬ ਹੈ, ਤਰਨਤਾਰਨ ਹੈ, ਅਟਾਰੀ ਹੈ, ਜੰਡਿਆਲਾ ਔਰ ਮਜੀਠਾ। ਇਹਨਾਂ ਥਾਵਾਂ 'ਤੇ ਜਿਹੜਾ ਵਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਬੇਸ਼ੱਕ ਮੇਰੇ ਵਾਸਤੇ ਇਹਨਾਂ ਪਿੰਡਾਂ ਦੇ ਵਿੱਚ 2-2 3-3 ਬੱਸਾਂ ਬਦਲ ਕੇ ਜਾਣਾ ਔਖਾ ਸੀ, ਲੇਕਿਨ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਕਦੀ ਆਪਣੇ ਆਪ ਨੂੰ ਜਿਹੜਾ ਵਾ ਨਤਾਣਾ ਮਹਿਸੂਸ ਨਹੀਂ ਕੀਤਾ।
ਔਰ ਨਾ ਹੀ ਜਿਹੜਾ ਵਾ ਮੈਂ ਕਿਸੇ ਨੂੰ ਫਾਲਤੂ ਗੱਲ ਕੀਤੀ ਹੈ ਤੇ ਨਾ ਹੀ ਮੈਂ ਕਿਸੇ ਦੀ ਸਹੀ ਆ। ਜੇਕਰ ਕੋਈ ਮੇਰੇ ਨਾਲ ਕੰਮ ਕਾਰਾਂ ਤੋਂ ਪੋਲੀਟੀਕਲ ਬੰਦਾ ਕੋਈ ਕਹਿੰਦਾ ਵੀ ਹੁੰਦਾ ਸੀ ਤੇ ਮੇਰਾ ਇੱਕ ਹੀ ਜਵਾਬ ਹੁੰਦਾ ਸੀ ਕਿ ਭਾਈ ਸਾਹਿਬ 147 48 ਬਲਾਕ ਨੇ ਔਰ ਇੰਨੇ ਸੁਪਰਡੈਂਟ ਨੇ, ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਲੈ ਆਓ, ਮੈਂ ਤਾਂ ਨੌਕਰੀ ਕਰਨੀ ਇੱਥੇ ਨਹੀਂ ਤੇ ਉੱਥੇ ਕਰ ਲਾਂਗਾ, ਲੇਕਿਨ ਮੈਂ ਗਲਤ ਕੰਮ ਨਹੀਂ ਕਰਨਾ। ਔਰ ਇਹੀ ਵਜ੍ਹਾ ਹੈ ਕਿ ਮੇਰੇ ਕੰਮਕਾਰ ਤੋਂ ਜਿਹੜੇ ਆ ਉਹ ਅਫਸਰ ਸੰਤੁਸ਼ਟ ਹੀ ਨਹੀਂ ਸਨ, ਸਗੋਂ ਬਹੁਤ ਖੁਸ਼ ਹਨ। ਔਰ ਇਹੀ ਵਜ੍ਹਾ ਹੈ ਕਿ ਮੈਨੂੰ 3 ਵਾਰ ਸਰਕਾਰੀ ਸਮਾਗਮਾਂ 'ਤੇ 15 ਅਗਸਤ 2004 ਨੂੰ, 15 ਅਗਸਤ 2008 ਨੂੰ ਔਰ 26 ਜਨਵਰੀ 2010 ਨੂੰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਤਰਨਤਾਰਨ ਵੱਲੋਂ ਮੈਨੂੰ ਜਿਹੜਾ ਵਾ ਉਹ ਸਨਮਾਨਿਤ ਕੀਤਾ ਗਿਆ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸਨਮਾਨ ਕਰਨਾ ਵਾ ਇਹ ਮੇਰੇ ਵਾਸਤੇ ਵੱਡੀ ਗੱਲ ਹੈ। ਔਰ ਕਈ ਵਾਰ ਮੇਰੇ ਜਿਹੜੇ ਸਾਥੀ ਮੁਲਾਜ਼ਮ ਸਨ ਉਹ ਮੈਨੂੰ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਤੂੰ ਰਾਤ ਦਿਨ ਨਹੀਂ ਵਹਿੰਦਾ ਕੰਮ ਕਰਨ ਵਾਸਤੇ, ਪਰ ਅਸੀਂ ਵੇਖਾਂਗੇ ਜਦੋਂ ਤੈਨੂੰ ਤਗਮਾ ਮਿਲ ਜੂ। ਪਰ ਜਦੋਂ ਮੈਨੂੰ ਸਨਮਾਨਿਤ ਕੀਤਾ ਜਾਂਦਾ ਤੇ ਉਹੀ ਕਹਿੰਦੇ ਰਹੇ ਕਿ ਯਾਰ ਜਿਸ ਤਗਮੇ ਦੀ ਅਸੀਂ ਗੱਲ ਕਰਦੇ ਹਾਂ ਵੀ ਵੇਖਾਂਗੇ ਤੈਨੂੰ ਕਿਹੜਾ ਤਗਮਾ ਮਿਲਦਾ, ਤੂੰ ਅੱਜ ਇਹ ਤਗਮਾ ਜਿਹੜਾ ਪ੍ਰਾਪਤ ਕਰ ਲਿਆ ਤੇ ਅਸੀਂ ਤੇਰੀ ਸੋਚ ਤੇ ਵੀ ਖੁਸ਼ ਹਾਂ ਤੇ ਤੇਰੀ ਪ੍ਰਾਪਤੀ ਤੇ ਵੀ ਖੁਸ਼ ਹਾਂ। ਬਹੁਤ ਵਧੀਆ ਗੱਲ ਬਾਸਰਕੇ ਸਾਹਿਬ ਕਿ ਬੁਲੰਦ ਹੌਸਲੇ ਨਾਲ ਜਦੋਂ ਉਡਾਰੀ ਭਰੀਏ ਤਾਂ ਬੜੀਆਂ ਮੰਜ਼ਲਾਂ ਜਿਹੜੀਆਂ ਵਾ ਉਹ ਸਰ ਕਰ ਲਈਦੀਆਂ, ਬੜੇ ਅਸਮਾਨ ਜਿਹੜੇ ਉਹ ਸਰ ਕਰ ਲਈਦੇ ਆ। ਤੇ ਬਾਸਰਕੇ ਸਾਹਿਬ ਮੇਰੀ ਨਾਲ ਹੀ ਹੈ ਜਿਹੜੀ ਦੂਜੀ ਗੱਲ ਆ ਕਿ ਤੁਹਾਡੀਆਂ ਕਿਤਾਬਾਂ ਦੇ ਵਿੱਚੋਂ ਠੇਠ ਬੋਲੀ ਜਿਹੜੀ ਆ ਉਹ ਝੜਕਦੀ ਆ, ਪੇਂਡੂ ਠੇਠ ਬੋਲੀ। ਉਹਦੇ ਪਾਤਰ ਜਿਹੜੇ ਆ ਇੰਜ ਲੱਗਦਾ ਵਾ ਕਿ ਜਿਸ ਤਰ੍ਹਾਂ ਪਿੰਡਾਂ ਦੀਆਂ ਗਲੀਆਂ 'ਚ ਤੁਰੇ ਫਿਰਦੇ ਆ, ਬੂਹੇ ਦੇ ਵਿੱਚੋਂ ਮਲਕੜੇ ਜੇ ਬਾਹਰ ਆਉਂਦੇ ਆ ਤੇ ਆਪਣੀ ਪੀੜ ਜਿਹੜੀ ਆ ਉਹ ਦੱਸਦੇ ਆ ਅੰਦਰਲੀ। ਇਹ ਜਿਹੜੇ ਪਾਤਰ ਨੇ ਇਹ ਘਰ ਬੈਠੇ ਆ ਜਿਸ ਤਰ੍ਹਾਂ ਸ਼ਹਿਰ 'ਚ ਰਹਿੰਦੇ ਆ ਨਹੀਂ, ਮੇਰਾ ਖਿਆਲ ਆ ਕਿ ਇਹ ਤੁਹਾਨੂੰ ਜਿਹੜੇ ਪਿੰਡਾਂ ਦੇ ਵਿੱਚ ਵਿਚਰਦੇ ਆ ਜਿਹੜੇ ਆ ਉੱਥੇ ਹੀ ਮਿਲੇ ਹੋਣਗੇ। ਉਹਦਾ ਐਕਚੁਅਲੀ ਇਸ ਤਰ੍ਹਾਂ ਵਾ ਵੀ ਹੋਰ ਵੀ ਮੇਰੇ ਕਈ ਸਾਥੀ ਇਹ ਗੱਲ ਕਹਿੰਦੇ ਆ ਕਿ ਤੇਰੀਆਂ ਜਿਹੜੀਆਂ ਰਚਨਾਵਾਂ ਵਾ ਨਾ ਨਰੋਲ ਪੇਂਡੂ ਤੇ ਠੇਠ ਬੋਲੀ ਵਿੱਚ ਆ। ਉਹਦਾ ਕਾਰਨ ਐਕਚੁਅਲੀ ਇਹ ਆ ਵੀ ਇੱਕ ਤਾਂ ਮੈਂ ਜੰਪਲ ਹੀ ਪਿੰਡ ਦਾ ਹਾਂ, ਦੂਜਾ ਮੈਂ 41 ਸਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜਿਹੜੀ ਆ ਉਹ ਸਰਵਿਸ ਕੀਤੀ ਆ। ਔਰ ਮੇਰਾ ਵਾਹ ਜਿਹੜਾ ਵਾ ਪੰਚਾਂ ਸਰਪੰਚਾਂ ਨੰਬਰਦਾਰਾਂ ਤੇ ਆਮ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨਾਲ ਪੈਂਦਾ ਰਿਹਾ ਹੈ, ਜਿਸ ਕਾਰਨ ਮੇਰੀ ਜਿਹੜੀ ਰਚਨਾਵਾਂ ਦੇ ਵਿੱਚ ਜਿਹੜੀ ਆ ਮੇਰੇ ਸ਼ਹਿਰੀ ਜੀਵਨ ਦੀਆਂ ਬਾਰੇ ਰਚਨਾਵਾਂ ਘੱਟ ਹਨ ਅਤੇ ਬਹੁਤੀਆਂ ਰਚਨਾਵਾਂ ਜਿਹੜੀਆਂ ਵਾ ਮੇਰੇ ਪੇਂਡੂ ਜੀਵਨ ਬਾਰੇ ਹੀ ਹਨ। ਔਰ ਮੈਂ ਆਪਣੀਆਂ ਰਚਨਾਵਾਂ ਦੇ ਵਿੱਚ ਜਿਹੜਾ ਵਿਸ਼ਾ ਲੈਂਦਾ ਹਾਂ ਜਾਂ ਲੈਂਦਾ ਹਾਂ ਉਹ ਇਹੀ ਹੈ ਕਿ ਮੈਂ ਜਦੋਂ ਕਿਸੇ ਨਾਲ ਹੁੰਦੀ ਵਧੀਕੀ ਦੇਖਦਾ ਹਾਂ ਤਾਂ ਮੇਰੇ ਕੋਲ ਉਹ ਸਹਿਣ ਨਹੀਂ ਹੁੰਦੀ, ਪਰ ਮੈਂ ਕਿਉਂਕਿ ਕਿਸੇ ਨੂੰ ਡਾਂਗ ਤੇ ਮਾਰ ਨਹੀਂ ਸਕਦਾ, ਇਸ ਕਰਕੇ ਮੈਂ ਉਸ ਵਧੀਕੀ ਦੇ ਖਿਲਾਫ ਜਿਹੜੀ ਆਪਣੀ ਰਚਨਾ ਵਾ ਉਹ ਰਚਦਾ ਹਾਂ ਤਾਂ ਜੋ ਇਹਨੂੰ ਪੜ੍ਹ ਕੇ ਅਗਲੇ ਬੰਦੇ ਨੂੰ ਜਿਹੜਾ ਇਹ ਅਹਿਸਾਸ ਹੋ ਸਕੇ ਕਿ ਮੈਂ ਗਲਤ ਹਾਂ। ਔਰ ਲੇਖਕ ਦਾ ਤਾਂ ਕੰਮ ਹੀ ਇਹ ਹੈ ਸਮਾਜ ਸੁਧਾਰ ਲਈ ਕੰਮ ਕਰਨਾ, ਤੇ ਕਲਮ ਜਿਹੜੀ ਆ ਇਹ ਵੀ ਇਹ ਕੰਮ ਬਾਖੂਬੀ ਕਰਦੀ ਹੈ ਤੇ ਜਿੰਨੀ ਕੁ ਮੇਰੇ ਸਮਰੱਥਾ ਮੈਂ ਉਸ ਮੁਤਾਬਕ ਕੰਮ ਕਰ ਰਿਹਾ ਹਾਂ। ਚੇਤਿਆਂ ਦੀ ਚੰਗੇਰ ਪੁਸਤਕ ਤੇ ਮੁੱਠੀ ਚੋਂ ਕਿਰਦੀ ਰੇਤ, ਇਹ ਬਹੁਤ ਹੀ ਜ਼ਿਆਦਾ ਵਧੀਆ ਮੈਂ ਖੁਦ ਪੜ੍ਹੀਆਂ ਨੇ ਤੇ ਪਾਠਕਾਂ ਨੇ ਵੀ ਬੜਾ ਹੰਗਾਰਾ ਭਰਿਆ ਵਾ। ਇੰਨਾ ਜਿਹੜਾ ਸਮਾਂ ਕਿਤਾਬਾਂ ਲਿਖਣ ਨੂੰ ਦੇਣਾ, ਇਹ ਕਿਹੜੇ ਟਾਈਮ ਦੇ ਉੱਤੇ ਜਿਹੜਾ ਤੁਸੀਂ ਜ਼ਿਆਦਾ ਜਿਹੜਾ ਸਮਾਂ ਕੱਢਦੇ ਜੇ? ਪਰਿਵਾਰ ਨੂੰ ਵੀ ਵੇਖਣਾ, ਗੁਰਦੁਆਰਾ ਸਾਹਿਬ ਦੀ ਤੁਸੀਂ ਸਭਾ ਦੇ ਵਿੱਚ ਵੀ ਜੇ ਕਮੇਟੀ ਦੇ ਵਿੱਚ, ਤੇ ਉਹਦੇ ਨਾਲ ਸਾਹਿਤਕ ਸਮਾਗਮਾਂ ਦਾ ਹਿੱਸਾ ਵੀ ਬਣਨਾ, ਤੇ ਬੜਾ ਵਕਤ ਜਿਹੜਾ ਵਾ ਉਹ ਤੁਹਾਡਾ ਬੀਤ ਜਾਂਦਾ ਇੰਨਾ ਹੀ ਕੰਮਾਂ 'ਚ। ਤੇ ਲਿਖਣ ਵਾਸਤੇ ਕਿਹੜਾ ਟਾਈਮ ਜਿਹੜਾ ਉਹ ਜ਼ਿਆਦਾ ਚੁਣਦੇ ਜੇ ਤੁਸੀਂ? ਗੱਲ ਇਸ ਤਰ੍ਹਾਂ ਜੀ, ਜਦੋਂ ਕੋਈ ਵਿਚਾਰ ਤੁਹਾਡੇ ਤੇ ਭਾਰੂ ਹੋ ਜਾਂਦੇ ਆ ਉਦੋਂ ਫਿਰ ਸਥਿਤੀ ਇਹੋ ਜਿਹੀ ਬਣ ਜਾਂਦੀ ਆ ਕਿ ਸਾਨੂੰ ਉਹਦੇ ਵਾਸਤੇ ਟਾਈਮ ਕੱਢਣਾ ਹੀ ਪੈਂਦਾ ਹੈ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਚਾਹਾਂਗਾ। ਜਦੋਂ ਸੰਜੇ ਗਾਂਧੀ ਨੇ ਇੱਕ ਲਹਿਰ ਚਲਾਈ ਸੀ 2 ਜਾਂ 3 ਬੱਚੇ, ਉਹ ਮੈਂ ਉਦੋਂ ਤਰਸ ਕੇ ਸਰਵਿਸ ਕਰਦਾ ਨਾ ਬੱਸ ਦੇ 'ਚ ਬੈਠਾ, ਉਹ ਗੱਲ ਮੇਰੇ ਤੇ ਇੰਨੀ ਜ਼ਿਆਦਾ ਜਿਹੜੀ ਆ ਉਹ ਭਾਰੂ ਹੋ ਗਈ
ਕਿ ਮੈਂ ਦਫ਼ਤਰ ਉਤਰਨ ਦੀ ਬਜਾਏ ਸਿੱਧਾ ਜਿੱਥੋਂ ਚਾਹ ਪੀਂਦੇ ਹੁੰਦੇ ਹਾਂ ਉਹ ਦੁਕਾਨ ਤੇ ਗਿਆ, ਔਰ ਦੁਕਾਨ ਦੇ ਮਗਰ ਜਿਹੜੀ ਉਹਨਾਂ ਦਾ ਸਟੋਰ ਹੁੰਦਾ, ਕੋਲੇ ਵੀ ਉਹਨਾਂ ਉੱਥੇ ਰੱਖੇ ਹੁੰਦੇ ਬਾਲਣ ਦੂਜਾ ਤੀਜਾ, ਮੈਂ ਉਹਦੇ ਅੰਦਰ ਵੜ ਕੇ ਤੇ ਜਿਹੜਾ ਉਹ ਇਕਾਂਗੀ ਨਾਟਕ ਲਿਖਿਆ 2 ਜਾਂ 3 ਬੱਚੇ, ਔਰ ਮੇਰੇ ਦਫ਼ਤਰ ਵਾਲੇ ਜਿਹੜੇ ਲੱਭਦੇ ਫਿਰਨ ਵੀ ਆਇਆ ਤੇ ਇਸੇ ਬੱਸ ਦੇ 'ਚ ਹੀ ਕਿੱਧਰ ਚਲੇ ਗਿਆ। ਜਦੋਂ ਮੇਰੀ ਉਹ ਬੜਭਾਲ ਹੋਈ ਤੇ ਮੈਨੂੰ ਵੀਡੀਓ ਸਾਹਿਬ ਕਹਿਣ ਲੱਗੇ ਵੀ ਮਨਮੋਹਨ ਤੂੰ ਕਿੱਥੇ ਚਲ ਗਿਆ ਯਾਰ। ਉਹ ਮੈਂ ਨਹੀਂ, ਮੈਂ ਇਸ ਤਰ੍ਹਾਂ ਨਾਲ ਉਹਨੇ ਇੱਕ ਇਕਾਂਗੀ ਨਾਟਕ ਲਿਖਣਾ ਸੀ, ਮੈਂ ਉਹ ਲਿਖਣ ਲੱਗ ਪਿਆ। ਤੇ ਮੇਰਾ ਮਤਲਬ ਉਹ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਉਹ ਬੋਝ ਪੈ ਗਿਆ ਵੀ ਇਹਨੂੰ ਮੈਂ ਜਿਹੜਾ ਵਾ ਛੇਤੀ ਤੋਂ ਛੇਤੀ ਜਿਹੜਾ ਵਾ ਕੱਢ ਲਾਂ। ਤੇ ਜਦੋਂ ਲਿਖਣਾ ਹੁੰਦਾ ਵਾ ਉਦੋਂ ਇਹ ਕਰਕੇ ਬਹੁਤੇ ਟਾਈਮ ਟੂਮ ਦੀ ਨਹੀਂ ਗੱਲ, ਟਾਈਮ ਨਿਕਲ ਆਉਂਦਾ ਵਾ। ਇਹ ਕੋਈ ਵੱਡੀ ਸਮੱਸਿਆ ਨਹੀਂ ਗਈ। ਤੇ ਹੁਣ ਤੇ ਮੈਂ ਹੈ ਹੀ ਵਿਹਲਾ ਵਾਂ। ਜਦੋਂ ਸਰਵਿਸ ਵਿੱਚ ਹਾਂ ਜਾਂ ਹੋਰ ਸਰਗਰਮੀਆਂ 'ਚ ਭਾਗ ਲੈਣਾ ਹਾਂ ਉਦੋਂ ਵੀ ਕਰੀਦਾ ਸੀ, ਲੇਕਿਨ ਹੁਣ ਤੇ ਮੈਂ ਸਾਰੀ ਦਿਹਾੜੀ ਵਿਹਲਾ ਹੀ ਹਾਂ। ਭਾਵੇਂ ਸਵੇਰੇ ਸਵਸਤੇ ਉੱਠ ਕੇ ਲਿਖ ਲਓ ਤੇ ਭਾਵੇਂ ਰਾਤ ਨੂੰ ਲਿਖ ਲਓ, ਉਹ ਮਤਲਬ ਮੈਨੂੰ ਇਹ ਨਹੀਂ ਕੋਈ ਪ੍ਰੋਬਲਮ ਹੈਗੀ। ਮੈਨੂੰ ਸਿਰਫ ਇੱਕ ਗੱਲ ਹੈ ਜ਼ਰੂਰ ਆ ਵੀ ਜਦੋਂ ਮੈਂ ਲਿਖਣਾ ਹੁੰਦਾ ਵਾ ਨਾ ਉਦੋਂ ਜਿਹੜਾ ਵਾ ਮੈਨੂੰ ਚਾਹ ਦਾ ਕੱਪ ਜਿਹੜਾ ਵਾ ਉਹ ਜ਼ਰੂਰ ਭਾਵੇਂ 1 ਵਾਰ 2 ਵਾਰ ਉਹ ਮਿਲ ਜਾਣਾ ਚਾਹੀਦਾ। ਤੇ ਉਹਦੇ ਵਾਸਤੇ ਉਹ ਮੇਰੀ ਸ਼੍ਰੀਮਤੀ ਜਿਹੜੀ ਆ ਉਹ ਧਿਆਨ ਰੱਖਦੀ ਆ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਗਾ। ਪਰਿਵਾਰ ਬਾਰੇ ਗੱਲ ਕਰੀਏ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ, ਇਹ ਜ਼ਰੂਰ ਦੱਸੋ। ਪਰਿਵਾਰ ਦੇ ਵਿੱਚ ਇਸ ਤਰ੍ਹਾਂ ਵਾ ਜੀ ਵੀ ਮੇਰੀ ਸ਼੍ਰੀਮਤੀ ਆ ਸਰਬਜੀਤ ਕੌਰ, ਔਰ 2 ਮੇਰੇ ਬੇਟੇ ਨੇ, ਬਿਕਰਮਜੀਤ ਸਿੰਘ ਬਾਸਰਕੇ, ਕਰਮਜੀਤ ਸਿੰਘ ਬਾਸਰਕੇ। ਇੱਕ ਮੇਰੀ ਬੇਟੀ ਹੈ ਉਹ ਵਿਆਹੀ ਆ। 3 ਮੇਰੇ ਪੋਤਰੀਆਂ ਪੁੱਤਰੇ ਆ ਤੇ 2 ਨੌਂ ਰਾਣੀਆਂ। ਇਹੀ ਪਰਿਵਾਰ ਹੈ ਮੇਰਾ। ਮੈਂ ਵੇਖਿਆ ਅਕਸਰ ਜਦੋਂ ਤੁਹਾਡੇ ਵੱਲ ਆਉਣਾ ਵਾ ਤੇ ਪੋਤਰੇ ਜਿਹੜੇ ਉਹ ਤੁਹਾਡੇ ਨਾਲ ਹੀ ਰਹਿੰਦੇ ਆ। ਪੋਤਰਿਆਂ ਦੇ ਨਾਮ ਜ਼ਰੂਰ ਦੱਸੋ ਜੀ। ਮੇਰਾ ਜਿਹੜੀ ਸਭ ਤੋਂ ਵੱਡੀ ਪੋਤਰੀ ਹੈ ਉਹਦਾ ਨਾਮ ਹੈਗਾ ਜੀ ਏਕਮਜੋਤ ਕੌਰ, ਔਰ ਪੋਤਰੇ ਦਾ ਨਾਮ ਹੈਗਾ ਵਾ ਵਿਸ਼ਵਜੀਤ ਸਿੰਘ। ਉਹ ਵੀ ਆਪਣੇ ਆਪ ਨੂੰ ਜੇ ਕੋਈ ਉਹਨੂੰ ਪੁੱਛੇ ਕੀ ਨਾਂ ਤੇਰਾ ਤਾਂ ਉਹ ਵੀ ਕਹਿੰਦਾ ਨਾ ਮੇਰਾ ਨਾਮ ਵਿਸ਼ਵਜੀਤ ਸਿੰਘ ਬਾਸਰਕੇ। ਔਰ ਛੋਟਾ ਪੁੱਤਰ ਹੈ ਜਿਹੜਾ ਉਹਦਾ ਨਾਮ ਹੈ ਅਗਮਜੋਤ ਸਿੰਘ। ਔਰ ਅੱਜ ਕੁਦਰਤੀ ਉਹ ਛੋਟਾ ਪੁੱਤਰ ਜਿਹੜਾ ਵਾ ਉਹ ਨਾਨਕੇ ਗਿਆ ਵਾ ਤੇ ਵੱਡੇ ਜਿਹੜੇ ਆ ਉਹ ਉੱਤੇ ਆਪਣੀ ਪੜ੍ਹਾਈ ਕਰਦਾ ਆ। ਬਹੁਤ ਵਧੀਆ ਗੱਲ ਬਾਸਰਕੇ ਸਾਹਿਬ ਜੀ ਨਾਲ ਗੱਲਾਂ ਜਿਹੜੀਆਂ ਬਾਤਾਂ ਕਰਕੇ ਬਹੁਤ ਹੀ ਵਧੀਆ ਲੱਗਾ। ਔਰ ਹੁਣ ਜਿਹੜਾ ਵਾ ਤੁਹਾਨੂੰ ਬਾਸਰਕੇ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਫੋਟੋਗ੍ਰਾਫੀ ਜਿਹੜੀ ਆ ਉਹ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਉਹਨਾਂ ਚਿਰ ਜਿਹੜਾ ਵਾ ਉਹ ਫੋਟੋਆਂ ਦਾ ਜ਼ਰੂਰ ਆਨੰਦ ਮਾਣੋ ਤੇ ਫਿਰ ਨਾਲ ਹੀ ਅਗਲੀ ਗੱਲਬਾਤ ਜਿਹੜੀ ਫਿਰ ਸ਼ੁਰੂ ਕਰਦੇ ਹਾਂ। ਧੰਨਵਾਦ। ਬਾਸਰਕੇ ਸਾਹਿਬ ਇਤਿਹਾਸਕ ਪਿੰਡ ਬਾਸਰਕੇ ਦੀ ਜਿਹੜੀ ਆ ਬਹੁਤ ਦੂਰ ਦੂਰ ਤੱਕ ਲੋਕ ਨਤਮਸਤਕ ਹੁੰਦੇ ਆ। ਬੜੀ ਚਰਚਾ ਵਾ ਬਾਸਰਕੇ ਪਿੰਡ ਦੀ। ਇਹਦੇ ਸੰਬੰਧੀ ਇਤਿਹਾਸ ਨਾਲ ਜਿਹੜੀ ਕੋਈ ਗੱਲਬਾਤ ਹੈ ਉਹ ਸਾਨੂੰ ਜ਼ਰੂਰ ਦੱਸੋ। ਰਾਮਪੁਰਾ ਜੀ ਜੇ ਪਿੰਡ ਤੇ ਗੱਲ ਕਰਨੀ ਹੋਵੇ ਤੇ ਇਹਦੇ ਵਾਸਤੇ ਬਹੁਤ ਲੰਬਾ ਸਮਾਂ ਚਾਹੀਦਾ, ਲੇਕਿਨ ਮੈਂ ਤੁਹਾਨੂੰ 2 ਮਿੰਟਾਂ ਦੇ ਵਿੱਚ ਜਿਹੜੀ ਆ ਸੰਖੇਪ ਰੂਪ 'ਚ ਗੱਲ ਦੱਸਦਾ ਵਾਂ ਵੀ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਪ੍ਰਕਾਸ਼ ਨਗਰ ਹੈ। ਗੁਰੂ ਰਾਮਦਾਸ ਜੀ ਦੇ ਔਰ ਗੁਰੂ ਅਰਜਨ ਦੇਵ ਜੀ ਦੇ ਦਾ ਇਹ ਨਾਨਕਾ ਪਿੰਡ ਹੈ। ਗੁਰੂ ਅਮਰਦਾਸ ਜੀ ਦੀ ਪੁੱਤਰੀ ਭਾਨੀ ਜੀ, ਜਿਨ੍ਹਾਂ ਨੂੰ ਗੁਰਪੁੱਤਰੀ, ਗੁਰਪਤਨੀ ਅਤੇ ਗੁਰਮਾਤਾ ਦਾ ਰੁਤਬਾ ਹਾਸਲ ਹੈ,
ਉਹਨਾਂ ਦਾ ਜਨਮ ਨਗਰ ਬਾਸਰਕੇ ਹੈ। ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੋਣ ਦਾ ਮਾਣ ਹਾਸਲ ਕੀਤਾ, ਉਹਨਾਂ ਦਾ ਜਨਮ ਨਗਰ ਵੀ ਪਿੰਡ ਬਾਸਰਕੇ ਹੈ। ਔਰ ਜਿਨ੍ਹਾਂ ਸੰਤਾਂ ਮੰਤਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ 'ਚੋਂ ਇੱਕ ਹੋਏ ਹਨ ਭਾਈ ਸੁੰਦਰ ਜੀ। ਭਾਈ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ, ਬਾਬਾ ਬੋੜੀ ਜੀ ਦੇ ਪੁੱਤਰ, ਆਨੰਦ ਜੀ ਦੇ ਪੁੱਤਰ ਸਨ। ਔਰ ਉਹ ਵੀ ਉਹਨਾਂ ਦਾ ਸੰਬੰਧ ਵੀ ਜਿਹੜਾ ਵਾ ਇਸੇ ਪਰਿਵਾਰ ਨਾਲ ਜੁੜਦਾ ਹੈ। ਔਰ ਇਸ ਤੋਂ ਅੱਗੇ ਜੇ ਗੱਲ ਕਰੀਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਇਸ ਪਿੰਡ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ ਵਿਆਹੇ ਸਨ। ਔਰ ਉਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦਾ ਮੇਲ ਗੁਰੂ ਅਮਰਦਾਸ ਜੀ ਨਾਲ ਕਰਵਾਇਆ ਸੀ। ਔਰ ਤੁਸੀਂ ਇਹ ਸਾਰੇ ਜਾਣਦੇ ਹੋ ਕਿ ਮੇਰੇ ਪਿੰਡ ਦੇ ਬਿਲਕੁਲ ਬਾਹਰ ਜਿਹੜਾ ਵਾ ਦੂਰਦਰਸ਼ਨ ਕੇਂਦਰ ਅੰਮ੍ਰਿਤਸਰ ਵੀ ਹੈ। ਔਰ ਉਹ ਜਿਹੜਾ ਵਾ 1974 ਦੇ ਵਿੱਚ ਹੋਇਆ ਸੀ ਸਥਾਪਿਤ। ਪਹਿਲਾਂ ਇਹਦੀ ਜਿਹੜੀ ਸਮਰੱਥਾ ਉਹ 10 ਕਿਲੋਵਾਟ ਦੀ ਸੀ। ਉਸ ਉਪਰੰਤ ਜਿਹੜੀ ਇਹਦੀ ਸਮਰੱਥਾ ਜਿਹੜੀ ਆ ਉਹ ਬੇਸ਼ੱਕ 25 ਕਿਲੋਵਾਟ ਕਰ ਦਿੱਤੀ ਗਈ। ਪਰ ਜਿਹੜੇ ਪ੍ਰੋਗਰਾਮ ਸੀ ਪਹਿਲਾਂ ਦਿੱਲੀ ਤੋਂ ਤਿਆਰ ਹੋ ਕੇ ਆਉਂਦੇ ਸਨ, ਜਿਸ ਕਾਰਨ ਉਹ ਪੰਜਾਬੀ ਸੱਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਸਨ। ਲੇਕਿਨ ਜਦੋਂ ਦੂਰਦਰਸ਼ਨ ਜਲੰਧਰ ਦੀ ਸਥਾਪਨਾ ਹੋਈ ਤੇ ਇਹ ਪ੍ਰੋਗਰਾਮ ਜਿਹੜੇ ਆ ਦੂਰਦਰਸ਼ਨ ਜਲੰਧਰ ਤੋਂ ਤਿਆਰ ਹੋ ਕੇ ਇੱਥੋਂ ਚੱਲਣ ਲੱਗੇ। ਲੇਕਿਨ ਅੱਜ ਕੱਲ੍ਹ ਇਹ ਪਿੰਡ ਜਿਹੜਾ ਦੂਰਦਰਸ਼ਨ ਕੇਂਦਰ ਅੰਮ੍ਰਿਤਸਰ ਆ ਇਹ ਕੇਵਲ ਰਿਲੇ ਕੇਂਦਰ ਹੀ ਬਣ ਕੇ ਰਹਿ ਗਿਆ ਹੈ। ਜੇ ਮਾਣ ਸਨਮਾਨਾਂ ਦੀ ਗੱਲ ਕਰੀਏ ਬਾਸਰਕੇ ਸਾਹਿਬ, ਤੇ ਹੁਣ ਤੱਕ ਕਿੰਨੇ ਕੁ ਮਾਣ ਸਨਮਾਨ ਜਿਹੜੇ ਉਹ ਤੁਹਾਨੂੰ ਨਸੀਬ ਹੋਏ ਆ? ਰਾਮਪੁਰਾ ਜੀ ਸਭ ਤੋਂ ਵੱਡਾ ਜਿਹੜਾ ਮਾਣ ਸਨਮਾਨ ਉਹ ਤੇ ਪਾਠਕਾਂ ਵੱਲੋਂ ਮਿਲਦਾ ਹੈ ਔਰ ਜਿਹਦੇ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਔਰ ਜਿੱਥੋਂ ਤੱਕ ਦੂਜੇ ਮਾਣ ਸਨਮਾਨਾਂ ਦੀ ਗੱਲ ਹੈ, ਇਹ ਮੇਰਾ ਖਿਆਲ ਆ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਸਹਿਤ ਸਭਾ ਨਹੀਂ ਹੈਗੀ ਜਿਵੇਂ ਅੰਮ੍ਰਿਤਸਰ ਸਰਹੱਦੀ ਸਹਿਤ ਸਭਾ, ਲੇਖਕ ਪਾਠਕ ਮੰਚ ਛਾਟਾ, ਪੰਜਾਬੀ ਸਹਿਤ ਸਭਾ ਤਰਸਿੱਕਾ, ਪੰਜਾਬੀ ਸਹਿਤ ਸਭਾ ਚਗਾਵਾਂ, ਪੰਜਾਬੀ ਸਹਿਤ ਸਭਾ ਰਮਦਾਸ ਤੋਂ ਇਲਾਵਾ ਪੰਜਾਬੀ ਸਹਿਤ ਸਭਾ ਟਾਂਡਾ ਉੜਮੁੜ, ਇਹਨਾਂ ਨੇ ਜਿਹੜਾ ਮੈਨੂੰ ਸਨਮਾਨ ਕੀਤਾ। ਔਰ ਜਦੋਂ ਮੇਰੀ ਪੁਸਤਕ ਨੂਰ ਦੀ ਭਾਸ਼ਾ ਭਾਗ ਵੱਲੋਂ ਜਿਹੜੀ ਪ੍ਰਕਾਸ਼ ਕੀਤੀ ਗਈ ਆ, ਉਹ ਸਰਦਾਰ ਤਰਜਿੰਦਰ ਸਿੰਘ ਬਾਜਵਾ ਭਾਸ਼ਾ ਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਨੇ ਰਿਲੀਜ਼ ਕੀਤੀ, ਉਦੋਂ ਵੀ ਮੈਨੂੰ ਜਿਹੜਾ ਭਾਸ਼ਾ ਭਾਗ ਵੱਲੋਂ ਜਿਹੜਾ ਵਾ ਸਨਮਾਨਿਤ ਕੀਤਾ ਗਿਆ ਸੀ। ਆਪਾਂ ਅਖੀਰਲੇ ਪੜਾਵਾਂ 'ਚ ਪਹੁੰਚ ਗਏ ਆ ਤੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਦੱਸਣਾ ਵੀ ਪੈਣਾ ਵਾ ਕਿ ਬਾਸਰਕੇ ਸਾਹਿਬ ਨੂੰ ਚੇਟਕ ਕਿਵੇਂ ਲੱਗੀ, ਤੇ ਜ਼ਰੂਰ ਪੁੱਛਣਾ ਵੀ ਪੈਣਾ ਵਾ ਕਿ ਚੇਟਕ ਜਿਹੜੀ ਆ ਉਹ ਲਿਖਣ ਦੀ ਜਿਹੜੀ ਆ ਉਹ ਕਿਵੇਂ ਸ਼ੁਰੂ ਹੋਈ, ਕਿਵੇਂ ਕਲਮ ਚੁੱਕੀ ਜਿਹੜੀ ਆ ਲਿਖਣ ਦੇ ਸੰਬੰਧੀ ਬਾਸਰਕੇ ਸਾਹਿਬ ਕੋ ਪੁੱਛਦੇ ਆ। ਐਕਚੁਅਲੀ ਜੇਕਰ ਮੈਂ ਇਹ ਕਹਿ ਲਾਂ ਕਿ ਜਿਹੜਾ ਲਿਖਣਾ ਵਾ ਇਹ ਮੈਨੂੰ ਵਿਰਸੇ ਵਿੱਚ ਮਿਲਿਆ ਤਾਂ ਇਹ ਵੀ ਕੋਈ ਅੱਤ ਕਥਨੀ ਨਹੀਂ ਹੈ, ਕਿਉਂਕਿ ਮੇਰੇ ਪਿਤਾ ਜੀ ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਜਿਨ੍ਹਾਂ ਨੇ ਲੰਮਾ ਅਰਸਾ ਗੁਰਦੁਆਰਾ ਸਨ ਸਾਹਿਬ ਵਿਖੇ ਬਤੌਰ ਮੈਨੇਜਰ ਸੇਵਾ ਕੀਤੀ, ਇਸ ਤੋਂ ਪਹਿਲਾਂ ਉਹਨਾਂ ਨੇ ਢਾਡੀ ਜਥਾ ਬਣਾਇਆ ਹੁੰਦਾ ਸੀ। ਔਰ ਉਹਨਾਂ ਨੇ ਕੁਝ ਆਪ ਵੀ ਕਵਿਤਾਵਾਂ ਲਿਖੀਆਂ, ਬੇਸ਼ੱਕ ਉਹਨਾਂ ਨੂੰ ਕੋਈ ਕਿਤਾਬੀ ਰੂਪ ਨਹੀਂ ਦਿੱਤਾ। ਉਹਨਾਂ ਨੇ ਸੋਹਣ ਸਿੰਘ ਸੀਤਲ ਅਤੇ ਪਾਲ ਸਿੰਘ ਪੰਛੀ ਦੀਆਂ ਢਾਡੀ ਵਾਰਾਂ ਦੀਆਂ ਕਿਤਾਬਾਂ ਔਰ ਇੱਕ ਕਵਿਤਾ ਮੈਗਜ਼ੀਨ ਨਿਕਲਦਾ ਹੁੰਦਾ ਸੀ ਜਿਹੜਾ ਵਿਧਾਤਾ ਸਿੰਘ ਤੀਰ ਅਤੇ ਕਰਤਾਰ ਸਿੰਘ ਬਿਲਬ ਘੜੋਣੀ ਛਾਪਦੇ ਹੁੰਦੇ ਸਨ। ਉਹਨਾਂ ਦੀਆਂ ਸਾਲਵਾਰ ਜਿਲਤਾਂ ਬੰਨ ਕੇ ਰੱਖੀਆਂ ਹੁੰਦੀਆਂ ਸਨ। ਔਰ ਮੈਂ ਅਜੇ ਛੋਟਾ ਹਾਂ, ਪਹਿਲੀ ਦੂਜੀ ਕਲਾਸ ਦੇ ਵਿੱਚ ਹੀ ਮੇਰੀ ਮਾਤਾ ਜੀ ਦੇ ਕੋਲ ਆਂਢੋਂ ਗੁਆਂਢੋਂ ਮੇਰੀਆਂ ਭੂਆ ਲੱਗਦੀਆਂ, ਉਹ ਦਰੀਆਂ ਬੁਣਨੀਆਂ, ਗਲੀਚੇ ਬੁਣਨੇ, ਪੱਖੀਆਂ ਬਣਾਉਣੀਆਂ, ਨਾਲੇ ਉਲਣੇ, ਸਵੈਟਰ ਬੁਣਨੇ, ਕਰੋਸ਼ੀਏ ਨਾਲ ਚਾਦਰਾਂ ਬਣਾਉਣੀਆਂ, ਇਹ ਸਾਰਾ ਕੁਝ ਸਿੱਖਣ ਜਿਹੜਾ ਵਾ ਮੇਰੀ ਮਾਤਾ ਜੀ ਕੋਲ ਆਉਂਦੀਆਂ ਹੁੰਦੀਆਂ ਸਨ। ਲੇਕਿਨ ਮੇਰੀ ਮਾਤਾ ਜੀ ਆਪ ਜਨ ਪੜ੍ਹ ਸਨ। ਲੇਕਿਨ ਉਹ ਜਿਹੜਾ ਕਵਿਤਾ ਮੈਗਜ਼ੀਨ ਆ ਉਹਦੇ ਵਿੱਚੋਂ ਉਹ ਜਿਹੜੀਆਂ ਮੇਰੀਆਂ ਭੂਆ ਹੁੰਦੀਆਂ ਹਨ ਉਹ ਮੇਰੀ ਮਾਤਾ ਨੂੰ ਕੋਈ ਨਾ ਕੋਈ ਰਚਨਾ ਜਿਹੜੀ ਉਹ ਸੁਣਾਉਂਦੀਆਂ ਹੁੰਦੀਆਂ ਹਨ। ਔਰ ਮੇਰੇ ਮਨ ਦੇ ਵਿੱਚ ਵੀ ਇੱਛਾ ਸੀ ਕਿ ਮੈਂ ਪੜ੍ਹਾਂ। ਇਹੀ ਵਜ੍ਹਾ ਵਾ ਕਿ ਮੈਂ ਕਦੀ ਵੀ ਸਕੂਲ ਨਾ ਜਾਣ ਦੀ ਜਿੱਦ ਨਹੀਂ ਕੀਤੀ, ਇਹ ਮੇਰੀ ਮਾਤਾ ਕਹਿੰਦੀ ਹੁੰਦੀ ਸੀ। ਅਤੇ ਉਹਦੇ ਪਿੱਛੇ ਅਸਲ ਕਾਰਨ ਇਹ ਵੀ ਮੈਂ ਛੇਤੀ ਛੇਤੀ ਪੜ੍ਹਾਂ। ਔਰ ਜਦੋਂ ਮੈਂ ਉਹ ਪੜ੍ਹਨ ਪਿਆ
ਹੋਇਆ ਇਸ ਤਰ੍ਹਾਂ ਕਿ ਸਾਡੇ ਪਿੰਡ ਜਿਹੜਾ ਗੁਰਦੁਆਰਾ ਜਨਮ ਸਥਾਨ ਹੈ, ਜਿਹਨੂੰ ਅਸੀਂ ਆਪਣੀ ਬੋਲ ਚਾਲ 'ਚ ਥੇ ਵਾਲਾ ਗੁਰਦੁਆਰਾ ਕਹਿੰਦੇ ਆ, ਉੱਥੇ ਇੱਕ ਗਿਆਨੀ ਬੰਗਲ ਸਿੰਘ ਮਸਕੀਨ ਤਰਸਕੇਰਾ, ਇੱਕ ਤੇ ਆਪਣਾ ਦੂਜੇ ਮਸਕੀਨ ਜੀ ਹਨ, ਸੰਤ ਸਿੰਘ ਮਸਕੀਨ ਉਹ ਨਹੀਂ, ਇਹ ਮੰਗਲ ਸਿੰਘ ਮਸਕੀਨ ਹੀ ਤਰਸਕੇਰੇ, ਉਹ ਉੱਥੇ ਗ੍ਰੰਥੀ ਆਏ। ਉਹ ਮੈਟ੍ਰਿਕ ਦੇ ਪੇਪਰ ਦੇਣ ਉਪਰੰਤ ਮੈਂ ਵੀ ਉੱਥੇ ਮੁੰਡਿਆਂ ਦੇ ਨਾਲ ਚੱਲ ਜਾਣਾ। ਮੈਂ ਇੱਕ ਦਿਨ ਉਹਨਾਂ ਦੇ ਸਰਾਣੇ ਇੱਕ ਕਾਪੀ ਪਈ ਵੇਖੀ ਅਤੇ ਮੈਂ ਉਹ ਪੜ੍ਹਿਆ ਅਤੇ ਮੈਨੂੰ ਨਾ ਇੰਟਰਸਟ ਜਿਹਾ ਆਇਆ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਗਿਆਨੀ ਜੀ ਇਹ ਕੀ ਆ? ਉਹਨੇ ਬੜੀ ਮਾਣ ਨਾਲ ਕਿਹਾ, ਆਂਦਾ ਇਹ ਕਹਾਣੀਆਂ ਵਾ, ਮੈਂ ਲਿਖੀਆਂ। ਔਰ ਮੇਰੇ ਮਨ 'ਚ ਆਇਆ ਵੀ ਕਹਾਣੀ ਤਾਂ ਮੈਂ ਵੀ ਲਿਖ ਸਕਦਾ। ਉਦੋਂ ਫਿਰ ਜਿਹੜੀ ਆ ਉਹ ਮੈਂ ਲਿਖਣਾ ਸ਼ੁਰੂ ਕੀਤਾ, ਲੇਕਿਨ ਪਹਿਲੀ ਮੈਂ ਕਹਾਣੀ ਨਹੀਂ ਲਿਖੀ, ਪਹਿਲੀ ਮੈਂ ਇੱਕ ਗੀਤ ਲਿਖਿਆ ਸੀ, ਫੇਰ ਕੀ ਜੇ ਕੁੜੀਆਂ ਤੋਂ ਪੰਡਤਾਂ ਦੇ ਧੀ ਨੇ ਮੰਮੀ ਪੁੱਤ ਸਰਦਾਰਾਂ ਦਾ। ਔਰ ਇਹ ਜਿਹੜਾ ਗੀਤ ਆ ਉਸ ਸਮੇਂ ਇੱਕ ਸਪਤਾਹਿਕ ਮੈਗਜ਼ੀਨ ਨਿਕਲਦਾ ਹੁੰਦਾ ਸੀ ਹਾਣੀ, ਉਹਦੇ 'ਚ ਛਪਿਆ ਸੀ। ਲੇਕਿਨ ਮੈਂ ਬਾਅਦ 'ਚ ਛੇਤੀ ਹੀ ਆਪਣਾ ਕਹਾਣੀ ਦੇ ਵੱਲ ਜਿਹੜਾ ਵਾ ਮੂੰਹ ਕਰ ਲਿਆ, ਅਖਬਾਰਾਂ ਨੇ ਮੈਨੂੰ ਚੁੱਕਣਾ ਸ਼ੁਰੂ ਕਰਤਾ ਅਤੇ ਮੈਂ ਫਿਰ ਚੱਲ ਸੋ ਚੱਲ। ਤੁਸੀਂ ਗੀਤਾਂ ਦੀ ਗੱਲ ਕੀਤੀ ਆ ਜੀ, ਅਤੇ ਤੁਹਾਡੇ ਜਿਹੜੇ ਆ ਕਈ ਗਾਇਕਾਂ ਨੇ ਗੀਤ ਵੀ ਗਾਏ ਆ, ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰੋ। ਉਹ ਇਸ ਤਰ੍ਹਾਂ ਆਪਣਾ ਰਾਪੜਾ ਜੀ, ਮੇਰੇ 3 ਗੀਤ ਜਿਹੜੇ ਆ ਵੱਖ-ਵੱਖ ਗਾਇਕ ਕਲਾਕਾਰਾਂ ਨੇ ਦੂਰਦਰਸ਼ਨ 'ਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਜਿਹੜੇ ਆ ਉਹ ਗਾਏ ਜਾ ਚੁੱਕੇ। ਬਹੁਤ ਵਧੀਆ ਗੱਲ। ਤੇ ਇੱਕ ਮੇਰੇ ਸਾਹਮਣੇ ਪੁਸਤਕ ਪਈ ਆ, ਚੇਤਿਆਂ ਦੀ ਚੰਗੇਰ। ਚੇਤਿਆਂ ਦੀ ਚੰਗੇਰ ਜਿਹੜੀ ਜੋ ਬਾਸਰਕੇ ਸਾਹਿਬ ਨੇ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਲਿਖੀ ਹੋਈ ਆ। ਬਾਸਰਕੇ ਸਾਹਿਬ, ਚੇਤਿਆਂ ਦੀ ਚੰਗੇਰ 'ਚੋਂ ਪੁਸਤਕ ਸੰਬੰਧੀ ਕੁਝ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰੋ। ਚੇਤਿਆਂ ਦੀ ਜਿਹੜੀ ਚੰਗੇਰ ਪੁਸਤਕ ਹੈ ਜੀ, ਇਹ ਮੇਰੀਆਂ ਯਾਦਾਂ ਨਾਲ ਸੰਬੰਧਿਤ ਹੈ। ਲਗਭਗ ਅੱਧਾ ਹਿੱਸਾ ਮੇਰੀਆਂ ਯਾਦਾਂ ਹਨ, ਔਰ ਅੱਧਾ ਹਿੱਸਾ ਜਿਹੜਾ ਵਾ ਉਹ ਪਿੰਡਾਂ, ਵੱਖ-ਵੱਖ ਪਿੰਡਾਂ ਦਾ ਜਿਹੜਾ ਇਤਿਹਾਸ ਆ ਉਹ ਮੈਂ ਇਹਦੇ ਵਿੱਚ ਲਿਖ ਕੇ ਸਾਂਭਣ ਦਾ ਯਤਨ ਕੀਤਾ ਹੈ। ਔਰ ਇਸ ਕਿਤਾਬ ਦੀ ਜਿਹੜੀ ਵਿਸ਼ੇਸ਼ ਗੱਲ ਆ ਉਹ ਇਹ ਆ ਕਿ ਆਮ ਤੌਰ 'ਤੇ ਜਿਹੜਾ ਲੇਖਕ ਆ ਉਹ ਇਹ ਕਹਿੰਦਾ ਕਿ ਕਿਤਾਬ ਤਾਂ ਅਸੀਂ ਕੋਲੋਂ ਪੈਸੇ ਦੇ ਕੇ ਛਪਵਾ ਲਈ ਆ, ਲੇਕਿਨ ਸਾਡੀ ਵਿਕੀ ਨਹੀਂ ਜਾਂ ਸਾਨੂੰ ਮੁਫਤ ਵੰਡਣੀਆਂ ਪਈਆਂ। ਪਰ ਮੇਰੇ ਵਾਸਤੇ ਬੜੀ ਸੰਤੁਸ਼ਟੀ ਵਾਲੀ ਗੱਲ ਆ ਕਿ ਮੈਂ ਜਿੰਨੇ ਪੈਸੇ ਇਸ ਕਿਤਾਬ 'ਤੇ ਖਰਚ ਕੀਤੇ ਸਨ, ਉਸ ਨਾਲੋਂ ਵੱਧ ਦੀ ਮੇਰੀ ਇਹ ਜਿਹੜੀ ਕਿਤਾਬ ਆ ਉਹ ਵਿਕ ਚੁੱਕੀ ਆ। ਔਰ ਇਹ ਕਿਤਾਬ ਮੈਨੂੰ ਟੈਲੀਫੋਨ ਕਰ ਕਰਕੇ ਜਿਹੜੇ ਆ ਲੋਕ ਨੇ ਮੰਗਵਾਈ ਆ। ਔਰ ਕਈ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਮਤਲਬ ਮੇਰੀਆਂ, ਇੱਕ ਬੰਦੇ ਨੇ 2-2 ਹਜ਼ਾਰ ਦੀਆਂ ਕਿਤਾਬਾਂ ਲੈ ਲਈਆਂ, ਉਹ ਗਾਂਹ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਜਾਂ ਜਾਣ ਪਛਾਣ ਵਾਲਿਆਂ ਨੂੰ ਦੇਣ ਵਾਸਤੇ, ਮਤਲਬ ਉਹ ਕਿਤਾਬ ਹੀ ਉਹਨਾਂ ਨੂੰ ਐਡੀ ਪਸੰਦ ਆਈ ਆ। ਔਰ ਇਹ ਸੰਤੁਸ਼ਟੀ ਵਾਲੀ ਗੱਲ ਆ ਵੀ ਮੈਂ ਜਿੰਨੇ ਪੈਸੇ ਲਾਏ ਸੀ ਉਹ ਮੇਰੇ ਪੂਰੇ ਨਹੀਂ ਹੋ ਗਏ, ਸਗੋਂ ਉਹਦੇ ਨਾਲੋਂ ਵੀ ਵੱਧ ਆ ਗਏ। ਔਰ ਦੂਜੀ ਗੱਲ ਇੱਕ ਹੋਰ, ਇਹ ਕਿਤਾਬ ਦੇ ਨਾਲ ਮੇਰੀਆਂ ਜਿਹੜੀਆਂ ਦੂਜੀਆਂ ਕਿਤਾਬਾਂ ਸੀ ਉਹ ਵੀ ਨਾਲ ਕੁਝ ਵਿਕੀਆਂ, ਅਤੇ ਇਹ ਕਰਕੇ ਇਹ ਕਿਤਾਬ ਮੇਰੇ ਵਾਸਤੇ ਬਹੁਤ ਵਧੀਆ ਸਾਬਤ ਹੋਈ ਆ। ਔਰ ਮੈਂ ਹੁਣ ਇਹ ਫੈਸਲਾ ਕੀਤਾ, ਇਹ ਜਦੋਂ ਇਹ ਕਿਤਾਬ ਛਪੀ ਆ, ਵੀ ਮੈਂ ਇਹ ਕਿਤਾਬ ਕਿਸੇ ਨੂੰ ਮੁਫਤ ਨਹੀਂ ਦੇਣੀ, ਕਿਉਂਕਿ ਮੁਫਤ ਕਿਤਾਬ ਦਿੰਦੇ ਆ ਅਤੇ ਉਹਦੇ ਨਾਲ ਕਿਤਾਬ ਦੀ ਜਿਹੜੀ ਆ ਕਦਰ ਘਟਦੀ ਆ, ਔਰ ਲੋਕ ਪੜ੍ਹਦੇ ਨਹੀਂ, ਪਰਾਂ ਰੱਖ ਛੱਡਦੇ ਆ। ਜੇਕਰ ਪੈਸੇ ਦੇ ਕੇ ਕਿਤਾਬ ਖਰੀਦੀਏ, ਲੈ ਕੇ ਖਰੀਦੀਏ, ਅਤੇ ਫਿਰ ਉਹ ਕਿਤਾਬ ਪੜ੍ਹੀ ਦੀ ਆ। ਹਾਂ, ਇੰਨਾ ਮੈਂ ਜ਼ਰੂਰ ਕੀਤਾ ਵੀ ਇਹ ਜਿਹੜੀ ਕਿਤਾਬ ਆ ਇਹ ਮੈਂ ਬਿਲਕੁਲ ਲਾਗਤ ਕੀਮਤ 'ਤੇ ਹੀ ਲੋਕਾਂ ਨੂੰ ਦਿੱਤੀ ਹੈ। ਇਹਦੀ ਕੀਮਤ 200 ਰੁਪਈਆ ਹੈ, ਲੇਕਿਨ ਮੈਂ 100 ਰੁਪਏ ਵਿੱਚ ਕਿਤਾਬ ਦੇ ਦਿੰਦਾ ਰਿਹਾ ਜਿਹਨੇ ਵੀ ਮੇਰੇ ਕੋਲੋਂ ਲਈ ਆ, ਤਾਂ ਜੋ ਸਸਤੀ ਲੋਕਾਂ ਤੱਕ ਪਹੁੰਚ ਸਕੇ। ਔਰ ਇਹੀ ਵਜ੍ਹਾ ਕਿ ਕਿਤਾਬ ਜਿਹੜੀ ਆ ਲੋਕਾਂ ਦੇ ਹੱਥਾਂ 'ਚ ਪਹੁੰਚ ਗਈ ਹੈ। ਬਾਸਰਕੇ ਸਾਹਿਬ ਜੀ ਨੇ ਜਿਹੜੀ ਅਖੀਰ ਤੇ ਗੱਲ ਕੀਤੀ ਆ ਉਹਦੇ ਵਿੱਚੋਂ ਬੜਾ ਕੁਝ ਝਲਕਦਾ। ਲੇਖਕ ਨੇ ਬੜੀ ਮਿਹਨਤ ਕੀਤੀ ਹੁੰਦੀ ਆ ਇੱਕ ਕਿਤਾਬ ਦੇ ਸੰਬੰਧੀ। ਕਿਤਾਬ ਮੁਫਤ ਦੇ ਵਿੱਚ ਬਿਲਕੁਲ ਨਹੀਂ ਦੇਣੀ ਚਾਹੀਦੀ, ਕਿਉਂਕਿ ਲੋਕ ਲੈ ਜਾਂਦੇ ਆ ਤੇ ਜਾ ਕੇ ਇੱਕ ਨੁੱਕਰ ਜੀ ਦੇ ਵਿੱਚ ਸੁੱਟ ਦਿੰਦੇ ਆ। ਇਹ ਨਹੀਂ ਹੋਣਾ ਚਾਹੀਦਾ। ਕਿਤਾਬ ਦੀ ਕਦਰ ਕਰੋ। ਕਿਤਾਬ ਜਿੰਨੇ ਪੈਸੇ ਲੇਖਕ ਨੇ ਲਾਏ ਨੇ, ਜਿੰਨੀ ਮਿਹਨਤ ਕੀਤੀ ਆ, ਉਹ ਮਿਹਨਤ ਅਦਾ ਕਰਕੇ ਕਿਤਾਬ ਘਰ ਲਿਆ ਕੇ ਪੜ੍ਹੋ। ਪੰਜਾਬੀ ਪੁਸਤਕਾਂ ਦੇ ਨਾਲ ਸਾਂਝ ਪਾਓ, ਆਪਣੀ ਮਾਂ ਬੋਲੀ ਨਾਲ ਮੋਹ ਪਾਓ। ਅੱਜ ਇਹ ਜਿਹੜੀਆਂ ਗੱਲਾਂ ਅਸੀਂ ਮਨਮੋਹਨ ਸਿੰਘ ਜੀ ਦੇ ਨਾਲ ਕੀਤੀਆਂ, ਬਾਸਰਕੇ ਸਾਹਿਬ ਜੀ ਦੇ ਨਾਲ, ਮੈਨੂੰ ਇਹ ਚੀਜ਼ ਖੁਦ ਨੂੰ ਮਹਿਸੂਸ ਹੋਈ ਆ ਕਿ ਗੁਗਲੀ ਇੰਟਰਟੇਨਮੈਂਟ ਚੈਨਲ ਵੱਲੋਂ ਮੇਰਾ ਖਿਆਲ ਆ ਕਿ ਲਗਭਗ 2 ਜਾਂ 3 ਮਹੀਨੇ ਬਾਅਦ ਸਾਨੂੰ ਇੱਕ ਹੋਰ ਇੰਟਰਵਿਊ ਕਰਨੀ ਪੈਣੀ ਆ, ਕਿਉਂਕਿ ਸਮੇਂ ਦੇ ਮੁਤਾਬਕ ਜਿਹੜਾ ਵਾ ਉਹ 30 ਮਿੰਟ ਦਾ ਸਮਾਂ ਜਿਹੜਾ ਹੈ ਇਸ ਵੀਡੀਓ ਨੇ ਲੈ ਜਾਣਾ ਵਾ। ਅਤੇ ਆਉਂਦੇ ਸਮੇਂ ਦੇ ਵਿੱਚ
ਮੈਂ ਖੁਦ ਨੂੰ ਇੱਕ ਸਮਝ ਗਿਆ ਕਿ ਮੈਂ ਮਜਬੂਰ ਹੋ ਗਿਆ ਵਾਂ ਕਿ ਇਹ ਗੱਲ ਕਹਿਣ ਨੂੰ ਕਿ ਇੱਕ ਇੰਟਰਵਿਊ ਜਿਹੜੀ ਆ ਜੇ ਬਾਸਰਕੇ ਸਾਹਿਬ ਦੀ ਹੋਰ ਹੋਏਗੀ। 2 ਮਹੀਨੇ ਬਾਅਦ ਫਿਰ ਪਾਠਕ ਇੰਤਜ਼ਾਰ ਕਰਨ, ਕਿਉਂਕਿ ਬੜੀਆਂ ਗੱਲਾਂ ਜਿਹੜੀਆਂ ਅਜੇ ਰਹਿ ਗਈਆਂ ਨੇ ਕਰਨ ਵਾਲੀਆਂ, ਤੇ ਅਸੀਂ ਜਿੰਨਾ ਕੁ ਕੁਛ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਦੇ ਸਕਦੇ ਹਾਂ ਉਹ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਬਾਕੀ ਗੁਗਲੀ ਐਂਟਰਟੇਨਮੈਂਟ ਚੈਨਲ ਦਾ ਜਿਹੜਾ ਵਾ ਮੁੱਖ ਮਕਸਦ ਵੀ ਇਹੀ ਆ ਕਿ ਜਿਨ੍ਹਾਂ ਨੇ ਉਮਰ ਦੇ ਪੈਂਡੇ ਹੰਢਾਏ ਆ, ਜਿਨ੍ਹਾਂ ਨੇ ਤਪੱਸਿਆ ਕੀਤੀ ਆ ਆਪਣੇ ਆਪਣੇ ਖੇਤਰ ਦੇ ਵਿੱਚ, ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਨਾ। ਔਰ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਜੇ ਅਸੀਂ ਬਿਨਾਂ ਲੋਭ ਤੇ ਲਾਲਚ ਤੋਂ ਇਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਆ, ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਘੱਟ ਤੋਂ ਘੱਟ ਅੱਧਾ ਘੰਟਾ ਜਿਹੜਾ ਵਾ, ਜੇ ਇਹਨਾਂ ਨੇ ਇੰਨੇ ਸਾਲ ਤਪੱਸਿਆ ਕੀਤੀ ਇਹਨਾਂ ਸ਼ਖਸੀਅਤਾਂ ਨੇ, ਤੇ ਅੱਧਾ ਘੰਟਾ ਜ਼ਰੂਰ ਇਹਨਾਂ ਦੇ ਜਿਹੜੇ ਆ ਸਫ਼ਰ ਦੇ ਉੱਤੇ ਜਿਹੜੀ ਆ ਉਹ ਝਾਤ ਮਾਰਿਆ ਕਰੋ। ਬੜੀਆਂ ਸਿੱਖਣ ਵਾਲੀਆਂ ਗੱਲਾਂ ਹੁੰਦੀਆਂ ਵਾ, ਆਪਣੇ ਬੱਚਿਆਂ ਨੂੰ ਵੀ ਦਿਖਾਇਆ ਕਰੋ, ਪ੍ਰੇਰਨਾ ਮਿਲਦੀ ਆ। ਔਰ ਅਖੀਰ ਦੇ ਉੱਤੇ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਨੂੰ ਵੱਡਾ ਮਾਣ ਬਖਸ਼ਿਆ ਵਾ, ਕਿਉਂਕਿ 2 ਐਪੀਸੋਡ ਜਿਹੜੇ ਅਸੀਂ ਕੀਤੇ ਆ ਉਹਨਾਂ ਨੂੰ ਬੜਾ ਵੱਡਾ ਭਰਵਾਂ ਹੰਗਾਰਾ ਮਿਲਿਆ ਵਾ। ਪਹਿਲੇ ਬਲਜਿੰਦਰ ਸਿੰਘ ਜੀ ਦੇ ਮਾਨ ਸਾਹਿਬ ਜਿਹੜੇ ਸਾਡੇ ਆਰਟਿਸਟ ਆ, ਉਹਨਾਂ ਨੂੰ ਤਕਰੀਬਨ 24 ਤੋਂ 25 ਘੰਟੇ ਟਾਈਮਿੰਗ ਮਿਲੀ ਸੀਗੀ। ਤੇ ਜਿਹੜੀ ਦੂਜੀ ਅਸੀਂ ਕੀਤਾ ਜੀ ਐਪੀਸੋਡ ਪ੍ਰਸਿੱਧ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਬਾਕਸਰ ਸਾਹਿਬ ਦਾ, ਉਹਨਾਂ ਨੂੰ 32 ਘੰਟੇ ਜਿਹੜੀ ਆ ਉਹ ਵਾਚਿੰਗ ਟਾਈਮ ਮਿਲਿਆ ਵਾ। ਤੇ ਮੈਂ ਆਸ ਕਰਦਾ ਵਾਂ ਕਿ ਇਸ ਵਾਰੀ ਵੀ ਤੁਸੀਂ ਜਿਹੜਾ ਵਾ ਉਹ ਭਰਵਾਂ ਹੰਗਾਰਾ ਦਿਓਗੇ ਤੇ ਸਾਡਾ ਉਤਸ਼ਾਹ ਵਧਾਉਂਦੇ ਰਹੋਗੇ। ਧੰਨਵਾਦ ਜੀ।